जाते बरन गरक जाते साहित विधान के देवी देव द्योरे संतोख सिंह दूर होते रीत मिट जाती कथा वेदन पुराण के श्री गुरु गोबिंद सिंह पावन परम सूरा श्री गुरु गोबिंद सिंह पावन परम सूर मूरत न होती जो पै करना निधान की जिसमें है अमृत ज्ञान है मानक भगत वैराग श्री गुरु ग्रंथ साहिब उदद बंदों कार्य अनुराग श्री गुर शब्द कमाए जैना जीते पंच विकार तिन संतन कौ बंदना सिर चरणन पार तार एक अंकारा सतगुरु तेह प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए। सतनाम श्री वाहिगुरु साहिब जीओ दोहरा रूप चंद पीवा जुगल बसे सरहंद मजार किरत करें सिखन मिले बाटत अचे आहार रूप चंद पीवा जुगल बसे सरहंद मजार। वाहिगुरु जी का खालसा वाहिगुरु जी की फतेह। परम सन्मान सत्कारयोग जुगो जुग अटल शब्द गुरु चवर तखत छतर दे मालक दसां पातशाहियां दी जोत समरथ प्रतख हाजिर नाजर सतगुरु वालीए दो जहां हलत पलत दे रखियक धन धन साहिब सतगुरु आद श्री गुरु ग्रंथ साहिब जी महाराज ऐसे दीन दयाल करना निधान कृपा दी खान सतगुरु पातशाह जी दी अपरे अपार कृपा रहमत बख्शत दा सदका श्री दशमेश पिता जी श्री कलगीधर जी पंथ वाली अमृत दे दाते सतगुरु साहिब कमाल बादशाह दरवेश अरशां फरशां दे मालक नीले दे शाहे असवार देग तेग दे धनी मर्द अगंबड़े धन 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 सतगुरु श्री गुरु गोबिंद सिंह साहिब जी महाराज जी दे महान पावन पवित्र इतिहासक मुकद्दस मुबारक पाक अस्थान तख्त श्री केसगढ़ साहिब जी विखे हाਜ਼ਰੀਆਂ ਭਰਦਿਆਂ ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ
ਆਪ ਜੀ ਵਡਭਾਗੇ ਹੋ, ਜਿਨ੍ਹਾਂ ਤੇ ਸਾਹਿਬਾਂ ਨੇ ਕਿਰਪਾ ਕੀਤੀ, ਗੁਰੂ ਬਖਸ਼ੇ ਹੋਏ। ਉਦਮ ਉਪਰਾਲੇ ਪ੍ਰੇਰਨਾ ਦੁਆਰਾ ਆਪ ਜੀ ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਅਸਥਾਨ ਤੇ ਹਾਜ਼ਰੀ ਭਰ ਕੇ ਗੁਰੂ ਸਾਹਿਬਾਨ ਜੀ ਨੂੰ ਨਤਮਸਤਕ ਹੁੰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰਸੰਗਤ ਦੀ ਪ੍ਰਾਪਤੀ ਕਰਦਿਆਂ ਜੀਵਨ ਦੀਆਂ ਘੜੀਆਂ ਨੂੰ, ਸਮੇਂ ਸਵਾਸਾਂ ਨੂੰ ਸਫਲਿਆਂ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਹਾਨ ਪਾਵਨ ਸਥਾਨ ਤੇ ਲੜੀਵਾਰ ਗੁਰੂ ਕੇ ਇਤਿਹਾਸ ਦੀ ਜੀਵਨ ਬਿਰਤਾਂਤ, ਜੀਵਨ ਕੌਤਕਾਂ ਦੀ ਵਿਚਾਰ ਚੱਲ ਰਹੀ ਹੈ। ਪੰਚਮ ਪਾਤਸ਼ਾਹ ਗੁਰਦੇਵ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ। ਧੰਨ 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 ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ, ਪਾਵਨ ਪਵਿੱਤਰ ਧਰਤੀ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਰ ਤੇ ਚੱਲ ਕਰਕੇ ਆਏ ਹੋਏ ਜਗਿਆਸੂਆਂ ਨੂੰ, ਪ੍ਰੇਮੀਆਂ ਨੂੰ, ਗੁਰਸਿੱਖਾਂ ਨੂੰ ਨਾਮ ਬਾਣੀ ਦਾ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਨਿਹਾਲ ਕਰ ਰਹੇ ਹਨ। ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਸੁੰਦਰ ਦੀਵਾਨ ਸਜ ਰਿਹਾ ਹੈ। ਇੱਕ ਦਿਨ ਗੱਲ ਚੱਲ ਪਈ, ਵਾਰਤਾ ਸ਼ੁਰੂ ਹੋ ਗਈ ਕਿ ਕਸ਼ਮੀਰ ਦੀ ਧਰਤੀ ਤੇ ਬਹੁਤ ਸਾਰੇ ਕੁਛ ਐਸੇ ਲੋਕ ਹਨ ਜੋ ਗੁਰੂ ਕੀ ਸਿੱਖੀ ਤੇ ਗੁਰੂ ਕੀ ਬਾਣੀ ਤੇ ਤਰਕ ਕੁਤਰਕ ਕਰਦੇ ਹਨ ਕਿ ਜਦੋਂ ਦੇਵ ਭਾਖਾ, ਦੇਵ ਬੋਲੀ ਸੰਸਕ੍ਰਿਤ ਹੈ ਤੇ ਫਿਰ ਜਿਹੜੀ ਲੋਕ ਭਾਖਾ, ਲੋਕ ਬੋਲੀ ਹੈ, ਇਸ ਨੂੰ ਪੜ੍ਹਨ ਸੁਣਨ ਦੀ ਕੀ ਲੋੜ ਹੈ। ਦੇਵਤਿਆਂ ਦੀ ਬੋਲੀ ਸੰਸਕ੍ਰਿਤ ਹੀ ਮਹਾਨ ਤੇ ਉੱਤਮ ਹੈ। ਸਿੱਖਾਂ ਦੇ ਤਾਂ ਹੀ ਤਰਕ ਕੀਤਾ ਕਿ ਤੁਸੀਂ ਜੋ ਸਨਾਤਨ ਮਤ ਦੇ ਨਿਤ ਤੇ ਨਿਮਿਤ ਕਾਰਜ ਕਰਮ ਸਨ, ਉਹਨਾਂ ਦਾ ਤਿਆਗ ਕਰ ਦਿੱਤਾ, ਆਪਣੇ ਗੁਰੂ ਕੀ ਬਾਣੀ ਪੜ੍ਹਦੇ ਹੋ। ਉਸ ਸਮੇਂ ਗੁਰੂ ਕੀ ਸਿੱਖੀ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਘੱਟ ਸੀ, ਵਿਰਲੇ ਵਾਂਝੇ ਗੁਰਸਿੱਖ ਸਨ। ਜਦੋਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਵਾਰਤਾ ਕੁਛ ਗੁਰੂ ਕੇ ਸਿੱਖਾਂ ਦੇ ਪਾਸੋਂ ਸੁਣੀ ਕਿ ਉੱਥੋਂ ਦੇ ਰਹਿਣ ਵਾਲੇ ਕੁਛ ਪੰਡਤ ਲੋਕ ਇਸ ਤਰ੍ਹਾਂ ਤਰਕ ਕਰਦੇ ਹਨ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਮਹਾਨ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਮਾਧੋ ਜੀ, ਉਸ ਦੇ ਤਾਂ ਹੀ ਹੁਕਮ ਕੀਤਾ ਕਿ ਜਾਓ ਤੁਸੀਂ ਕਸ਼ਮੀਰ ਦੀ ਧਰਤੀ ਤੇ ਜਾ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੋ। ਜਿਹੜੇ ਲੋਕ ਤਰਕਾਂ ਕੁਤਰਕਾਂ ਕਰਦੇ ਹਨ ਉਹਨਾਂ ਨੂੰ ਗੁਰੂ ਦੀ ਮੱਤ ਦੁਆਰਾ ਸਮਝਾਓ। ਤੁਹਾਡੇ ਬਚਨਾਂ ਦੇ ਵਿੱਚ, ਤੁਹਾਡੇ ਬੋਲਾਂ ਦੇ ਵਿੱਚ ਅਸੀਂ ਸੱਤਿਆ ਪਾਈ ਹੈ, ਜੋ ਤੁਸੀਂ ਕਹੋਗੇ ਉਹ ਬੜੀ ਤਸੀਰ ਰੱਖੇਗਾ, ਉਹਦਾ ਅਸਰ ਹੋਵੇਗਾ। ਭਾਈ ਸਾਹਿਬ ਜੀ ਗੁਰੂ ਸਾਹਿਬ ਜੀ ਦੇ ਕੋਲੋਂ ਆਗਿਆ ਲੈ ਕਰਕੇ ਕਸ਼ਮੀਰ ਦੀ ਧਰਤੀ ਤੇ ਪਹੁੰਚੇ। ਇੱਕ ਨਗਰ ਵਿੱਚ ਜਾ ਕਰਕੇ ਪੜਾਅ ਲਾਇਆ। ਗੁਰੂ ਪਾਤਸ਼ਾਹ ਦੇ ਹੁਕਮ ਅਨੁਸਾਰ ਗੁਰੂ ਕੀ ਸਿੱਖੀ ਦਾ, ਮਤ ਦਾ ਪ੍ਰਚਾਰ ਪ੍ਰਾਰੰਭ ਕਰ ਦਿੱਤਾ। ਪਹਿਲਾਂ ਪਹਿਲ ਆ ਕਰਕੇ ਕੁਛ ਪੰਡਤਾਂ ਨੇ, ਵਿਦਵਾਨਾਂ ਨੇ ਭਾਈ ਸਾਹਿਬ ਨਾਲ ਚਰਚਾ ਕੀਤੀ। ਭਾਈ ਸਾਹਿਬ ਜੀ ਦੀਆਂ ਅਕੱਟ ਦਲੀਲਾਂ, ਗੁਰਮਤ ਆਸ਼ੇ ਨੂੰ ਪਰਨਾਇਆ ਹੋਇਆ ਜੀਵਨ, ਉੱਚਾ ਤੇ ਸੁੱਚਾ ਜੀਵਨ, ਆਤਮ ਗਿਆਨ ਦੇ ਧਾਰਨੀ, ਆਤਮ ਮਾਰਗ ਦੇ ਪਾਂਧੀ ਭਾਈ ਸਾਹਿਬ ਭਾਈ ਮਾਧੋ ਜੀ, ਜੋ ਬੇਅੰਤ ਬਖਸ਼ਿਸ਼ਾਂ ਤੇ ਬਰਕਤਾਂ ਲੈ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੋਂ ਜੰਮੂ ਕਸ਼ਮੀਰ ਦੀ ਧਰਤੀ ਤੇ ਪਹੁੰਚੇ। ਉਹਨਾਂ ਬਰਕਤਾਂ ਨੂੰ, ਉਹਨਾਂ ਬਖਸ਼ਿਸ਼ਾਂ ਨੂੰ ਭਾਈ ਸਾਹਿਬ ਜੀ ਨੇ ਵਰਤਾਇਆ, ਪ੍ਰਗਟ ਕੀਤਾ। ਦੁਖੀਆਂ ਦੇ ਦੁੱਖ ਦੂਰ ਹੋਏ। ਜਿਨ੍ਹਾਂ ਦੇ ਮਨ ਅਸ਼ਾਂਤ ਤੇ ਬੇਚੈਨ ਸਨ, ਉਹਨਾਂ ਦੇ ਮਨ ਨੂੰ ਸ਼ਾਂਤੀ ਟਿਕਾ ਪ੍ਰਾਪਤ ਹੋਇਆ। ਤਨ ਦੇ ਮਨ ਦੇ ਦੁੱਖ, ਚਿੰਤਾ, ਫਿਕਰ, ਸੋਗ, ਸਰੀਰਕ ਰੋਗ ਜਿਹੜੇ ਸਨ ਨਿਵਰਤ ਹੋਣ ਲੱਗੇ। ਗੁਰੂ ਸਾਹਿਬ ਜੀ ਦੀ ਕਲਾ ਵਰਤਣ ਲੱਗੀ। ਬੇਅੰਤ ਲੋਕ ਆ ਕਰਕੇ ਗੁਰੂ ਸਾਹਿਬ ਮਹਾਰਾਜ ਜੀ ਦੀ ਸਿੱਖੀ ਦੇ ਧਾਰਨੀ ਹੋ ਕੇ ਸਿੱਖੀ ਕਮਾਉਣ ਲੱਗੇ। ਜਿਹੜੇ ਕੁਛ ਲੋਕ ਪਹਿਲਾਂ ਤਰਕਾਂ ਕੁਤਰਕਾਂ ਕਰਦੇ ਸਨ, ਉਹਨਾਂ ਵੀ ਭਾਈ ਸਾਹਿਬ ਜੀ ਦੇ ਕੋਲੋਂ ਜਦੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੀ ਵਡਿਆਈ ਸੁਣੀ, ਗੁਰਮਤ ਦਾ ਆਸ਼ਾ ਬੜੇ ਸੁਚੱਜੇ ਢੰਗ ਦੇ ਨਾਲ ਭਾਈ ਸਾਹਿਬ ਜੀ ਨੇ ਜਦੋਂ ਪ੍ਰਗਟ ਕੀਤਾ, ਤਾਂ ਉਹਨਾਂ ਦੇ ਮਨਾਂ ਦੇ ਉੱਪਰ ਵੀ ਸਤਿਗੁਰੂ ਪਾਤਸ਼ਾਹ ਜੀ ਦੀ ਸਿੱਖੀ ਦਾ ਜੋ ਗੁਰਮਤ ਦਾ ਪ੍ਰਚਾਰ ਸੀ, ਬੜਾ ਭਾਰੀ ਗਹਿਰਾ ਅਸਰ ਹੋਇਆ। ਉਹ ਵੀ ਸਿੱਖੀ ਦੇ ਮੰਡਲ ਵਿੱਚ ਆ ਗਏ। ਸਿੱਖੀ ਨੂੰ ਧਾਰਨ ਕਰਕੇ
ਗੁਰੂ ਦੀ ਮੱਤ ਦੇ ਪਾਂਧੀ ਬਣ ਕੇ ਗੁਰਮਤਿ ਨੂੰ ਕਮਾਉਂਦਿਆਂ ਹੋਇਆਂ ਜੀਵਨ ਸਫਲ ਕਰਨ ਲੱਗੇ। ਇਸ ਤਰ੍ਹਾਂ ਭਾਈ ਸਾਹਿਬ ਕਹਿੰਦੇ ਨੇ ਕਿ ਕਸ਼ਮੀਰ ਦੇ ਲੋਕ ਹੁਣ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੱਚੇ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਣ ਲੱਗੇ। ਲੈ ਗੁਰਕਾਰ ਦਰਸ ਕੋ ਆਵੇ, ਹੋਤ ਨਿਹਾਲ ਪਰਮ ਸੁਖ ਪਾਵੇ। ਕਾਰ ਭੇਟਾ ਲੈ ਕੇ ਕਸ਼ਮੀਰ ਤੋਂ ਚੱਲਦੇ ਬਿਖੜਾ ਪੈਂਡਾ ਤੈਅ ਕਰਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚ ਕੇ ਪੰਚਮ ਪਾਤਸ਼ਾਹ ਪ੍ਰਤੱਖ ਹਾਰ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦੇ ਹਨ। ਮਨ ਵਿੱਚ ਵਿਗਾਸ ਖੇੜਾ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ। ਹਰ ਪ੍ਰਕਾਰ ਦੇ ਦੁੱਖਾਂ ਕਲੇਸ਼ਾਂ ਵਿਘਨਾਂ ਤੋਂ ਰੱਖਿਆ ਹੁੰਦੀ ਹੈ ਸਤਿਗੁਰੂ ਸਾਹਿਬ ਦੀ ਕਿਰਪਾ ਦੇ ਦੁਆਰਾ। ਬੇਅੰਤ ਜੀਵ ਪ੍ਰਾਣੀ ਨਿਹਾਲ ਹੋਏ, ਇਮ ਸਿੱਖੀ ਬਿਸਰੀ ਕਸ਼ਮੀਰ, ਸਿਮਰੈ ਸਤਨਾਮ ਧਰ ਧੀਰ। ਇਸ ਪ੍ਰਕਾਰ ਮਹਾਕਵੀ ਕਵੀਰਾਜ ਗਿਆਨੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾ ਮਨ ਨੇ ਵਰਣਨ ਕੀਤਾ ਸੀ ਪਿਛਲੇ ਅਧਿਆਏ ਅੰਸੂ ਦੇ ਅੰਦਰ ਕਿ ਕਸ਼ਮੀਰ ਦੀ ਧਰਤੀ ਤੇ ਕਸ਼ਮੀਰ ਦੇ ਅੰਦਰ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਗੁਰਸਿੱਖੀ ਥਾਵਾਂ ਪਰ ਥਾਵਾਂ 'ਤੇ ਫੈਲ ਗਈ। ਸਿੱਖੀ ਦੇ ਨਵੇਂ ਬੂਟੇ ਨਵੇਂ ਪੌਦੇ ਤਿਆਰ ਹੋਣ ਲੱਗੇ। ਸੋ ਅੱਜ ਵੀ ਜੰਮੂ ਕਸ਼ਮੀਰ ਦੇ ਗੁਰਸਿੱਖ ਬੜੇ ਪੱਕੇ ਨੇ ਸਿੱਖੀ ਦੇ ਵਿੱਚ, ਸਿੱਖੀ ਦੇ ਨਿਯਮਾਂ ਦੇ, ਸਿੱਖੀ ਦੇ ਅਸੂਲਾਂ ਦੇ ਧਾਰਨੀ ਹਨ। ਸੋ ਭਾਈ ਸਾਹਿਬ ਜੀ ਦੇ ਪ੍ਰਚਾਰ ਦਾ ਸਦਕਾ, ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਕਸ਼ਮੀਰ ਦੇ ਵਿੱਚ ਬੜੀ ਸਿੱਖੀ ਫੈਲੀ ਹੈ, ਵਧੀ ਹੈ। ਕੱਲ੍ਹ ਦਾ ਦਿਨ ਜਿਹੜਾ ਗੁਜ਼ਰ ਚੁੱਕਾ ਹੈ 20 ਮਾਰਚ ਦਾ, ਉਹ ਜੰਮੂ ਕਸ਼ਮੀਰ ਦੇ ਸਿੱਖਾਂ ਵਾਸਤੇ ਬੜਾ ਭਾਰੀ ਤਸ਼ੱਦਦ ਭਰਿਆ ਦਿਨ ਸੀ। ਜਦੋਂ ਅਮਰੀਕਾ ਦਾ ਰਾਸ਼ਟਰਪਤੀ ਬਿਲ ਕਲਿੰਟਨ ਆਇਆ ਸੀ ਭਾਰਤ ਦੇ ਵਿੱਚ ਯਾਤਰਾ ਕਰਨ ਵਾਸਤੇ, ਤਾਂ ਉਸ ਸਮੇਂ ਬਹੁਤ ਸਾਰੇ ਸਿੱਖਾਂ ਦਾ ਕਤਲੇਆਮ ਕਰ ਦਿੱਤਾ ਗਿਆ ਸੀ ਚਿੱਠੀ ਸਿੰਘਪੁਰਾ ਕਸ਼ਮੀਰ ਦੇ ਅੰਦਰ। ਬਿਲ ਕਲਿੰਟਨ ਨੇ ਆਪ ਜਾ ਕਰਕੇ ਕਿਹਾ ਸੀ ਕਿ ਮੈਂ ਹਿੰਦੁਸਤਾਨ ਦੇ ਵਿੱਚ ਨਾ ਜਾਂਦਾ ਤੇ ਮਾਸੂਮ ਬੇਗੁਨਾਹ ਸਿੱਖ ਜਿਹੜੇ ਸਨ ਕਤਲ ਹੋਣ ਤੋਂ ਬਚ ਸਕਦੇ ਸਨ। ਭਾਰਤ ਦੇਸ਼ ਦੀਆਂ ਏਜੰਸੀਆਂ ਨੇ, ਭਾਰਤੀ ਫੌਜ ਨੇ ਉਹਨਾਂ ਗੁਰਸਿੱਖਾਂ ਦਾ ਕਤਲੇਆਮ ਕੀਤਾ ਸੀ ਕਿ ਸਿੱਖ ਜਿਹੜੇ ਹਨ ਕਸ਼ਮੀਰ ਨੂੰ ਛੱਡ ਕਰਕੇ ਕਿਤੇ ਹੋਰ ਚਲੇ ਜਾਣ। ਉਹਨਾਂ ਬੇਗੁਨਾਹ ਸਿੱਖਾਂ ਦਾ ਖੂਨ ਜਿਹੜਾ ਸੀ 20 ਮਾਰਚ ਨੂੰ ਜਦੋਂ ਵਾਜਪਾਈ ਦੀ ਸਰਕਾਰ ਸੀ ਉਸ ਸਮੇਂ ਨਿਹੱਥਿਆਂ ਗੁਰਸਿੱਖਾਂ ਦਾ, ਬੇਗੁਨਾਹਾਂ ਦਾ, ਮਾਸੂਮਾਂ ਦਾ ਖੂਨ ਜਿਹੜਾ ਸੀ ਡੋਲਿਆ ਗਿਆ। ਬੜਾ ਭਾਰੀ ਤਸ਼ੱਦਦ ਤੇ ਜ਼ੁਲਮ ਕੀਤਾ ਗਿਆ ਸੀ। ਫਿਰ ਵੀ ਉਹਨਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸਿੱਖੀ ਦੇ ਧਾਰਨੀ ਹੋ ਕਰਕੇ ਸਿੱਖੀ ਨੂੰ ਪ੍ਰਫੁੱਲਤ ਰੱਖਿਆ ਹੈ। ਇਹੋ ਜਿਹੇ ਵਡਭਾਗੀ ਗੁਰਸਿੱਖ ਜਿਨ੍ਹਾਂ ਨੇ ਗੁਰੂ ਆਸ਼ੇ ਅਨੁਸਾਰ ਜੀਵਨ ਬਤੀਤ ਕਰਦਿਆਂ ਹੋਇਆਂ ਗੁਰੂ ਕੀ ਸਿੱਖੀ ਦੇ ਮੰਡਲ ਦੇ ਵਿੱਚ ਆ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਸਿਧਾਂਤਾਂ ਨੂੰ, ਅਸੂਲਾਂ ਨੂੰ ਜੀਵਨ ਵਿੱਚ ਅਪਣਾ ਕਰਕੇ, ਕਮਾ ਕਰਕੇ ਜੀਵਨ ਪੰਧ ਨੂੰ ਰੁਸ਼ਨਾਇਆ ਹੈ। ਆਤਮਾ ਦੇ ਰਸਤੇ ਵਿੱਚੋਂ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਅੰਦਰ ਗਿਆਨ ਦੀ, ਆਤਮ ਗਿਆਨ ਦੀ ਰੌਸ਼ਨੀ ਪ੍ਰਾਪਤ ਕਰਕੇ ਜੀਵਨ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਹੈ। ਸੋ ਇਸ ਤਰ੍ਹਾਂ ਭਾਈ ਸਾਹਿਬ ਜੀ ਨੇ ਦੱਸਿਆ ਸੀ ਕਿ ਸਿੱਖੀ ਦਾ ਬੜਾ ਭਾਰੀ ਪ੍ਰਚਾਰ ਪ੍ਰਸਾਰ ਕਸ਼ਮੀਰ ਦੀ ਧਰਤੀ 'ਤੇ ਹੋਇਆ। ਅੱਗੇ ਨਵਾਂ ਪ੍ਰਸੰਗ ਭਾਈ ਸਾਹਿਬ ਜੀ ਪ੍ਰਾਰੰਭ ਕਰ ਰਹੇ ਨੇ। ਜਿਵੇਂ ਗੁਰੂ ਕਾ ਇਤਿਹਾਸ ਮਹਾਕਵੀ ਕਵੀਰਾਜ ਗਿਆਨੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾ ਮਨ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਬਿਰਜ ਭਾਸ਼ਾ ਦੇ ਵਿੱਚ ਕਵਿਤਾ ਰੂਪ ਦੇ ਵਿੱਚ ਇਹ ਸਾਰਾ ਇਤਿਹਾਸ ਉਚਾਰਨ ਕੀਤਾ ਹੈ। ਸਾਡੇ 'ਤੇ ਜਿਵੇਂ ਗੁਰੂ ਸਾਹਿਬ ਕਿਰਪਾ ਕਰ ਰਹੇ ਨੇ ਪਾਵਨ ਇਤਿਹਾਸ ਦੀ ਵਿਚਾਰ ਦੇ ਨਾਲ ਸਾਂਝ ਪਾਈਏ। ਸੋ ਜੋ ਲੜੀਵਾਰ ਕਥਾ 16 ਤਰੀਕ ਨੂੰ ਸ਼ਾਮਾਂ ਨੂੰ ਹੋਈ ਸੀ, ਉਸ ਤੋਂ ਬਾਅਦ ਗੁਰਮਤਿ ਸਮਾਗਮ ਹੋਲੇ ਮਹੱਲੇ ਦੇ ਸੰਬੰਧ ਵਿੱਚ ਪ੍ਰਾਰੰਭ ਹੋਏ ਸਨ। ਸੋ ਅੱਜ ਉਹ ਲੜੀਵਾਰ ਗੁਰੂ ਕੇ ਇਤਿਹਾਸ ਦੀ ਕਥਾ ਦੁਬਾਰਾ ਫੇਰ ਤਖਤ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਪ੍ਰਾਰੰਭ ਕੀਤੀ ਜਾ ਰਹੀ ਹੈ। ਸ਼ਰਧਾ ਪ੍ਰੇਮ ਭਾਵਨਾ ਦੇ ਸਹਿਤ ਸਰਵਣ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਰੂਪ ਚੰਦ ਭੀਵਾ ਜੁਗਲ
ਬਸੇ ਸਰਹੰਦ ਮਝਾਰ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਰਸਿੱਖ ਪਿਆਰੇ ਪਾਵਨ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੂਰ ਦਰਾਂਡੇ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕਰਕੇ ਆ ਰਹੇ ਹਨ। ਸੋ ਭਾਈ ਸਾਹਿਬ ਜੀ ਹੁਣ ਅੱਗੇ ਉਹਨਾਂ ਗੁਰਸਿੱਖਾਂ ਦਾ ਜ਼ਿਕਰ ਕਰ ਰਹੇ ਨੇ ਜਿਹੜੇ ਗੁਰਸਿੱਖ ਹੁਣ ਚੱਲ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਪਹੁੰਚੇ ਹਨ। ਉਹਨਾਂ ਗੁਰਸਿੱਖਾਂ ਦੇ ਵਿੱਚ ਸਰਹੰਦ ਸ਼ਹਿਰ ਦੇ ਰਹਿਣ ਵਾਲੇ ਦੋ ਜਿਹੜੇ ਗੁਰਸਿੱਖ ਹਨ ਉਹ ਚੱਲ ਕਰਕੇ ਆਏ ਹਨ, ਜਿਨ੍ਹਾਂ ਦੇ ਨਾਮ ਭਾਈ ਸਾਹਿਬ ਜੀ ਨੇ ਵਰਣਨ ਕੀਤੇ ਹਨ। ਭਾਈ ਰੂਪਚੰਦ ਔਰ ਭਾਈ ਭੀਵਾ ਜੀ, ਦੋ ਗੁਰਸਿੱਖ ਦੋਵੇਂ ਭਰਾ ਹਨ। ਇਹ ਸਰਹੰਦ ਸ਼ਹਿਰ ਦੇ ਵਿੱਚ ਵਸਦੇ ਹਨ। ਕਿਰਤ ਕਰੇ ਸਿੱਖਣ ਮਿਲੇ ਬਾਂਟਤ ਅਚੇ ਆਹਾਰ। ਇਹ ਗੁਰੂ ਕੇ ਸਿੱਖ ਆਪਣੀ ਧਰਮ ਦੀ ਕਿਰਤ ਕਰਦੇ ਹਨ। ਜੋ ਗੁਰੂ ਸਾਹਿਬ ਜੀ ਦਾ ਸਿਧਾਂਤ ਹੈ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਸੋ ਭਾਈ ਸਾਹਿਬ ਜੀ ਗੁਰੂ ਕੇ ਸਿੱਖ ਸਿੱਖੀ ਕੁਮਾਰ ਨੇ, ਧਰਮ ਦੀ ਕਿਰਤ ਕਰਦੇ ਨੇ। ਜਿੰਨਾ ਵੀ ਜਪ ਤਪ ਸਾਧਨਾ ਹੈ, ਜੇਕਰ ਧਰਮ ਦੀ ਕਿਰਤ ਹੋਵੇ ਤੇ ਫੇਰ ਹੀ ਪ੍ਰਫੁੱਲਤ ਹੁੰਦਾ ਹੈ, ਨਹੀਂ ਤਾਂ ਸਾਰਾ ਵੰਡਿਆ ਹੀ ਜਾਂਦਾ ਹੈ। ਸੋ ਕਿਰਤ ਕਰੇ ਸਿੱਖਣ ਮਿਲੇ, ਧਰਮ ਦੀ ਕਿਰਤ ਕਰਦੇ ਗੁਰੂ ਕੇ ਸਿੱਖਾਂ ਨਾਲ ਮੇਲ ਮਿਲਾਪ ਕਰਦੇ ਹਨ। ਬਾਂਟਤ ਅਚੇ ਆਹਾਰ, ਆਹਾਰ ਕਹੀਏ ਭੋਜਨ, ਬਾਂਟਤ ਹੁੰਦਾ ਵੰਡ ਕਰਕੇ, ਅਚੇ ਹੁੰਦਾ ਛਕਣਾ। ਜੋ ਧਰਮ ਦੀ ਕਿਰਤ ਕਮਾਈ ਕਰਦੇ ਹਨ ਉਹਦੇ ਵਿੱਚੋਂ ਗੁਰੂ ਕੇ ਸਿੱਖਾਂ ਦੇ ਨਾਲ ਵੰਡ ਕਰਕੇ ਛਕਦੇ ਹਨ। ਜੋ ਗੁਰੂ ਨਾਨਕ ਦੇ ਪਾਤਸ਼ਾਹ ਨੇ ਸਿਧਾਂਤ ਬਖਸ਼ਿਸ਼ ਕੀਤੇ ਨੇ, 3 ਨਿਯਮ ਬਖਸ਼ਿਸ਼ ਕੀਤੇ ਨੇ। ਪਹਿਲਾ ਨਿਯਮ ਹੀ ਇਹ ਹੈ ਕਿ ਕਿਰਤ ਕਰਨੀ, ਦੂਸਰਾ ਨਿਯਮ ਹੈ ਵੰਡ ਕਰਕੇ ਛਕਣਾ, ਤੀਸਰਾ ਨਿਯਮ ਹੈ ਨਾਮ ਜਪਣਾ। ਇਹ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਧਰਮ ਦੇ 3 ਮੁੱਢਲੇ ਅਸੂਲ ਹਨ। ਸੋ ਇਹ ਗੁਰੂ ਕੇ ਸਿੱਖ ਇਹਨਾਂ ਅਸੂਲਾਂ ਤੇ, ਇਹਨਾਂ ਨਿਯਮਾਂ ਤੇ ਪਹਿਰਾ ਦਿੰਦੇ ਹੋਏ ਗੁਰੂ ਕੀ ਸਿੱਖੀ ਕਮਾ ਰਹੇ ਹਨ। ਚੌਪਈ ਪੁਰਬ ਦਿਵਸ ਮੈਂ ਅਸਨ ਬਣਾਵੇ, ਸਿੱਖਣ ਕੋ ਧਰ ਭਾਉ ਅਜਾਵੇਂ। ਪੁਰਬ ਦਿਵਸ ਹੁੰਦਾ ਜਦੋਂ ਗੁਰਪੁਰਬ ਦਾ ਦਿਹਾੜਾ ਹੋਵੇ, ਜਾਂ 10 ਪੁਰਬਾਂ ਦਾ ਵਰਣਨ ਗੁਰੂ ਕੀ ਬਾਣੀ ਦੇ ਵਿੱਚ ਵੀ ਵਰਣਨ ਕੀਤਾ ਹੈ। ਪੂਰਨਮਾਸ਼ੀ ਦਾ ਦਿਨ, ਮੱਸਿਆ ਦਾ ਦਿਨ, ਸੰਗਰਾਂਦ ਦਾ ਦਿਹਾੜਾ, 11ਵੀਂ ਤਰੀਕ, 8ਵੀਂ ਤਰੀਕ, ਇਸ ਤਰ੍ਹਾਂ ਸੂਰਜ ਗ੍ਰਹਿਣ ਦਾ ਸਮਾਂ, ਚੰਦਰਮ ਗ੍ਰਹਿਣ ਦਾ ਸਮਾਂ, ਇਸ ਤਰ੍ਹਾਂ ਇਹ 10 ਪੁਰਬ ਹਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਵਿੱਚ ਜੋ ਮਹਾਨ ਪੁਰਬ ਹਨ ਉਹ ਹਨ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਗੁਰਪੁਰਬ। ਇਹ ਗੁਰੂ ਕੇ ਸਿੱਖ ਜਦੋਂ ਵੀ ਗੁਰਪੁਰਬ ਦਾ ਦਿਹਾੜਾ ਹੁੰਦਾ ਹੈ ਆਪਣੇ ਘਰ ਦੇ ਵਿੱਚ ਭੋਜਨ ਤਿਆਰ ਕਰਦੇ ਹਨ। ਭੋਜਨ ਤਿਆਰ ਕਰਕੇ ਸਿੱਖਣ ਕੋ ਦਰ ਭਾਉ ਅਚਾਵਹਿ, ਬੜਾ ਭਾਉ ਪ੍ਰੇਮ ਧਾਰਨ ਕਰਕੇ ਗੁਰੂ ਕੇ ਸਿੱਖਾਂ ਦੇ ਤਾਈਂ ਭੋਜਨ ਪ੍ਰਸ਼ਾਦ ਲੰਗਰ ਛਕਾਉਂਦੇ ਹਨ। ਏਕ ਮੁਗਲ ਤਿਨ ਕੇ ਢਿਗ ਆਏ, ਸੌਂਪੀ ਦਿਨਾਰ ਜੋ ਸਮੁਦਾਏ। ਇੱਕ ਕੋਈ ਮੁਗਲ ਜਿਹੜਾ ਸੀ ਨਾ ਉਹ ਇਹਨਾਂ ਗੁਰਸਿੱਖਾਂ ਦੇ ਪਾਸ ਚੱਲ ਕਰਕੇ ਆਇਆ, ਕਿਉਂਕਿ ਜਿਹੜੇ ਸਿੱਖ ਸਨ ਇਹਨਾਂ ਦੀ ਜਿਹੜੀ ਕਿਰਤ ਸੀ, ਜਿਵੇਂ ਬੈਂਕਾਂ ਦੇ ਵਿੱਚ ਆਪਣਾ ਪੈਸਾ ਜਮ੍ਹਾਂ ਕਰਵਾ ਦਿੱਤਾ ਜਾਂਦਾ ਹੈ, ਇਸੇ ਤਰ੍ਹਾਂ ਹੀ ਪੁਰਾਣੇ ਸਮੇਂ ਦੇ ਵਿੱਚ ਸ਼ਾਹੂਕਾਰਾ ਚੱਲਦਾ ਸੀ। ਸ਼ਾਹੂਕਾਰਾਂ ਦੇ ਕੋਲ ਲੋਕ ਆਪਣੀ ਵਿਭੂਤੀ ਮਾਇਆ ਜਿਹੜੀ ਸੀ ਉਹ ਜਮ੍ਹਾਂ ਕਰਵਾ ਦਿਆ ਕਰਦੇ ਸਨ, ਆਪਣੀ ਅਮਾਨਤ ਜਿਹੜੀ ਰੱਖ ਦਿਆ ਕਰਦੇ ਸਨ, ਤੇ ਉਹਨਾਂ ਦੇ ਕੋਲ ਰੱਖੀ ਜਾਂਦੀ ਸੀ ਜਿਹੜੇ ਬੜੇ ਵਿਸ਼ਵਾਸ ਪਾਤਰ ਲੋਕ ਸਨ, ਧਰਮ ਦੀ ਕਿਰਤ ਕਰਨ ਵਾਲੇ ਸਨ, ਬੇਈਮਾਨੀ ਨਹੀਂ ਸਨ ਕਰਦੇ ਅੱਜ ਦੇ ਏਜੰਟਾਂ ਦੀ ਤਰ੍ਹਾਂ ਕਿ ਕਿਸੇ ਨੇ ਬਾਹਰ ਜਾਣ ਵਾਸਤੇ ਪੈਸੇ ਦਿੱਤੇ ਤੇ ਲੈ ਕੇ ਫੁਰਰ ਹੋ ਜਾਓ। ਉਹ ਬੜੇ ਨੇਕ ਆਦਮੀ ਹੋਇਆ ਕਰਦੇ ਸਨ। ਲੋਕਾਂ ਦੇ ਵਿੱਚ ਉਹਨਾਂ ਦਾ ਕਾਰੋਬਾਰ ਹੀ ਇਹ ਹੁੰਦਾ ਸੀ ਕਿ ਜੇਕਰ ਬੇਈਮਾਨੀ ਕੀਤੀ, ਧੋਖਾ ਤੇ ਛਲ ਫਰੇਬ ਕੀਤਾ, ਫਿਰ ਕਾਰੋਬਾਰ ਸਾਰਾ ਫੇਲ ਹੋ ਜਾਏਗਾ, ਕੰਮ ਧੰਦਾ ਠੱਪ ਹੋ ਜਾਏਗਾ। ਇਸ ਵਾਸਤੇ ਮਾਇਆ ਤੇ ਦੇਣ ਲੈਣ ਦੇ ਵਿੱਚ ਬਹੁਤ ਪਾਰਦਰਸ਼ੀ ਵਰਤੀ ਜਾਂਦੀ ਸੀ, ਸਾਫ ਸੁਥਰਾ ਕਾਰੋਬਾਰ ਕੀਤਾ ਜਾਂਦਾ ਸੀ।
ਕਿਉਂਕਿ ਸਾਰਾ ਝਗੜਾ ਹੀ ਮਾਇਆ ਦਾ ਹੈ, ਦੇਣ ਲੈਣ ਦਾ ਹੀ ਹੈ। ਕਿਸੇ ਨੇ ਦੇ ਦਿੱਤੇ, ਕਿਸੇ ਨੇ ਗੜਪੂ ਕਰ ਲਏ, ਵਾਪਸੀ ਨਹੀਂ ਦਿੱਤੇ ਲੈ ਕਰਕੇ। ਸੋ ਇਸ ਤਰ੍ਹਾਂ ਭਾਈ ਸਾਹਿਬ ਜੀ ਦੱਸ ਰਹੇ ਨੇ ਕਿ ਜਿਹੜੇ ਗੁਰਸਿੱਖ ਸਨ ਇਹਨਾਂ ਦੇ ਕੋਲ ਇੱਕ ਕੋਈ ਮੁਗਲ ਵਿਅਕਤੀ ਚੱਲ ਕੇ ਆਇਆ। ਮੁਗਲ ਜਿਹੜੇ ਹੁੰਦੇ ਮੁਸਲਮਾਨ ਹੀ ਹਨ। ਬਾਬਰ ਦੇ ਸਮੇਂ ਤੋਂ ਮੁਗਲ ਵੰਸ਼ ਦਾ ਹਿੰਦੁਸਤਾਨ ਦੇ ਵਿੱਚ ਪ੍ਰਾਰੰਭ ਹੋਇਆ। ਇਹ ਜਿੰਨੇ ਵੀ ਬਾਦਸ਼ਾਹ ਨੇ ਸਾਰੇ ਮੁਗਲ ਬਾਦਸ਼ਾਹ ਸਨ। ਪਠਾਨ ਜਿਹੜੇ ਵੱਖਰੇ ਹੁੰਦੇ ਹਨ ਮੁਗਲਾਂ ਦੇ ਨਾਲੋਂ। ਸੋ ਇੱਕ ਜਿਹੜਾ ਸੀ ਉਹ ਮੁਗਲ ਚੱਲ ਕਰਕੇ ਆਇਆ ਇਹਨਾਂ ਦੇ ਪਾਸ, ਤੇ ਉਹਨੇ ਦਿਨਾਰ ਹੁੰਦੀਆਂ ਮੋਹਰਾਂ, ਬਹੁਤ ਸਾਰੀਆਂ ਮੋਹਰਾਂ ਇਹਨਾਂ ਨੂੰ ਅਮਾਨਤ ਦੇ ਵਜੋਂ ਰੱਖਣ ਵਾਸਤੇ, ਸਾਂਭਣ ਵਾਸਤੇ ਸੌਂਪ ਦਿੱਤੀਆਂ। ਧਰ ਦਿੱਲੀ ਕੋ ਗਮਨਿਓ ਸੋਏ, ਲਿਖਿਓ ਵਹੀ ਪਰ ਨਹਿ ਇਨ ਦੋਏ। ਜਦੋਂ ਉਸ ਮੁਗਲ ਨੇ ਇਹਨਾਂ ਨੇ ਤਾਂ ਹੀ ਮੋਹਰਾਂ ਫੜਾਈਆਂ ਕਿ ਤੁਸੀਂ ਇਹ ਮੋਹਰਾਂ ਮੇਰੀ ਅਮਾਨਤ ਆਪਣੇ ਪਾਸ ਸੰਭਾਲ ਕਰਕੇ ਰੱਖ ਲਓ। ਇਹਨਾਂ ਗੁਰਸਿੱਖਾਂ ਨੇ ਉਹ ਮੋਹਰਾਂ ਤਾਂ ਲੈ ਲਈਆਂ। ਉਹ ਵਿਅਕਤੀ ਜਿਹੜਾ ਸੀ ਉਹ ਦਿੱਲੀ ਨੂੰ ਚਲਿਆ ਗਿਆ। ਪਰ ਇਹਨਾਂ ਗੁਰਸਿੱਖਾਂ ਦੇ ਕੋਲ ਇੱਕ ਭੁੱਲ ਹੋ ਗਈ। ਉਹ ਭੁੱਲ ਇਹ ਹੋਏ ਕਿ ਇਹਨਾਂ ਜਿਹੜੀਆਂ ਮੋਹਰਾਂ ਉਹਨੇ ਦਿੱਤੀਆਂ ਸੀ ਉਹ ਵਹੀ ਦੇ ਉੱਪਰ ਨਹੀਂ ਚੜਾਈਆਂ। ਉਹਨਾਂ ਦੀ ਲਿਖਤ ਪੜਤ ਨਾ ਕੀਤੀ ਗਈ ਕਿ ਕਿੰਨੀਆਂ ਮੋਹਰਾਂ ਹਨ, ਕਿਸ ਵਿਅਕਤੀ ਦੀਆਂ ਹਨ, ਕਿੰਨੇ ਸਮੇਂ ਵਾਸਤੇ ਰੱਖੀਆਂ ਹਨ। ਇਹ ਜਿਹੜੀ ਲਿਖਤ ਪੜਤ ਸੀ ਨਾ, ਇਹ ਸਾਰੀ ਲਿਖਤ ਪੜਤ ਕਰਨ ਦਾ ਉਹਨਾਂ ਗੁਰਸਿੱਖਾਂ ਨੂੰ ਧਿਆਨ ਭੁੱਲ ਗਿਆ, ਚੇਤਾ ਨਾ ਰਿਹਾ। ਬਿਸਰ ਗਏ ਨਹਿ ਹਿਰਦੈ ਸੰਭਾਰੀ, ਧਰੀ ਰਹੀ ਜਹ ਇੱਕ ਧਰ ਇੱਕ ਬਾਰੀ। ਪੁਰਾਣਾ ਸਮਾਂ ਸੀ, ਵਾਸ਼ਨੀਆਂ ਦੇ ਵਿੱਚ, ਭਾਂਡਿਆਂ ਵਿੱਚ ਮੋਹਰਾਂ ਪੈਸੇ ਪਾ ਕੇ ਰੱਖ ਦਿੱਤੇ ਜਾਂਦੇ ਸਨ। ਤੇ ਕਈ ਭਾਂਡੇ ਹੁੰਦੇ ਸਨ, ਕੋਈ ਕਿਸੇ ਖੂੰਜੇ ਵਿੱਚ ਰੱਖ ਦੇਣਾ, ਕੋਈ ਕਿਸੇ ਵਿੱਚ। ਇਸੇ ਤਰ੍ਹਾਂ ਹੀ ਇਹਨਾਂ ਗੁਰਸਿੱਖਾਂ ਦੇ ਨਾਲ ਹੋਇਆ ਕਿ ਉਹ ਜਿਹੜੇ ਪੈਸੇ ਮੋਹਰਾਂ ਸਨ ਨਾ, ਉਹ ਕਿਸੇ ਥਾਂ ਤੇ ਰੱਖ ਦਿੱਤੀਆਂ ਗਈਆਂ। ਇਹਨਾਂ ਨੇ ਰੱਖ ਦਿੱਤਾ ਤੇ ਉਹ ਧਿਆਨ ਵਿੱਚੋਂ ਨਿਕਲ ਗਿਆ ਕਿ ਕਿੱਥੇ ਰੱਖੀਆਂ ਹਨ। ਇਹਨਾਂ ਨੂੰ ਚੇਤਾ ਭੁੱਲ ਗਿਆ। ਸੋ ਉਹ ਜਿੱਥੇ ਪਈਆਂ ਸਨ ਇੱਕ ਵਾਰੀ ਰੱਖ ਦਿੱਤੀਆਂ, ਉੱਥੇ ਹੀ ਉਹ ਪਈਆਂ ਰਹੀਆਂ। ਬਾਅਦ ਵਿੱਚ ਉਹਨਾਂ ਦਾ ਧਿਆਨ ਖਿਆਲ ਨਾ ਆਇਆ। ਪੰਚ ਮਾਸ ਮਹਿ ਹਟ ਸੋ ਆਇਓ, ਦੋਨੋਂ ਕੋ ਨਿਜ ਸਦਨ ਦਿਖਾਇਓ। ਪੰਜ ਮਾਸ, ਮਾਸ ਹੁੰਦਾ ਮਹੀਨਾ। ਇੱਥੇ ਦੂਜਾ ਮਾਸ ਨਹੀਂ ਸਮਝ ਲੈਣਾ, ਮਾਸ ਦਾ ਅਰਥ ਹੈ ਮਹੀਨਾ। 5 ਮਹੀਨਿਆਂ ਦੇ ਬਾਅਦ ਉਹ ਜਿਹੜਾ ਮੁਗਲ ਸੀ ਨਾ ਵਪਾਰੀ, ਉਹ ਚੱਲ ਕਰਕੇ ਵਾਪਸ ਆਇਆ। ਤੇ ਉਹਨੇ ਆ ਕੇ ਇਹਨਾਂ ਦੋਵਾਂ ਭਰਾਵਾਂ ਨੂੰ ਆਪਣਾ ਮੂੰਹ ਵਿਖਾਇਆ, ਪਾਵੇ ਇਹਨਾਂ ਦੇ ਮੱਥੇ ਲੱਗਾ ਤੇ ਆਪਣੀਆਂ ਮੋਹਰਾਂ ਜਿਹੜੀਆਂ ਸਨ ਉਹਨੇ ਵਾਪਸ ਲੈਣ ਦਾ ਯਤਨ ਕੀਤਾ। ਹਿਤ ਜਾਚਨ ਧਨ ਬਾਕ ਸੁਨਾਵਾ, ਮੈਂ ਤੁਮਰੇ ਢਿਗ ਧਰ ਗਨ ਗਮਨਾਵਾ। ਉਸਨੇ ਮੋਹਰਾਂ ਨੂੰ ਮੰਗਣ ਵਾਸਤੇ, ਜਾਚਨ ਹੁੰਦਾ ਮੰਗਣਾ, ਹਿੱਤ ਹੁੰਦਾ ਵਾਸਤੇ, ਮੋਹਰਾਂ ਦੇ ਮੰਗਣ ਦੇ ਲਈ ਉਸਨੇ ਆਪਣਾ ਬਾਕ ਜਿਹੜਾ ਬੋਲ ਸੀ ਨਾ, ਬਚਨ ਸੁਣਾਇਆ ਆਪਣਾ ਧਨ ਵਾਪਸ ਲੈਣ ਵਾਸਤੇ। ਕੀ ਆਖਿਆ ਕਿ ਭਰਾਵੋ ਮੈਂ ਤੁਹਾਡੇ ਪਾਸ ਆਪਣੀਆਂ ਮੋਹਰਾਂ ਰੱਖ ਕਰਕੇ ਗਿਆ ਸੀ। ਵਾਹੇ ਖੋਲ ਦੇਖਤ ਨਿਜ ਲਿਖਿਓ, ਨਹੀਂ ਨਾਬ ਮੁਗਲ ਕੋ ਪਿਖਿਓ। ਇਹਨਾਂ ਭਰਾਵਾਂ ਨੇ, ਭਾਈ ਭੀਵੇ ਨੇ ਕੀ ਵੇਖਿਆ ਕਿ ਜਿੱਥੇ ਵਹੀ ਖਾਤਾ ਹੈ, ਜਿੱਥੇ ਸਾਰਾ ਲਿਖਿਆ ਜਾਂਦਾ ਸੀ ਪੈਸੇ ਦਾ ਦੇਣ ਲੈਣ, ਉਹ ਵਹੀ ਜਿਹੜੀ ਸੀ ਨਾ ਖੋਲ ਕੇ ਵੇਖੀ। ਵਹੀ ਹੁੰਦੀ ਲਾਲ ਕਿਤਾਬ, ਵੱਡੀ ਸਾਰੀ ਮੋਟੀ, ਪੁਰਾਣੇ ਸ਼ਾਹੂਕਾਰਾਂ ਦੇ ਕੋਲ ਹੁੰਦੀ ਸੀ, ਉਹਨੂੰ ਵਹੀ ਕਿਹਾ ਜਾਂਦਾ ਸੀ। ਅੱਜ ਵੀ ਮੋਟੀਆਂ ਮੋਟੀਆਂ ਵਹੀਆਂ ਦੁਕਾਨਾਂ ਤੋਂ ਮਿਲ ਜਾਂਦੀਆਂ। ਉਹਦੇ ਜਿਹੜੇ ਪੱਤਰੇ ਹੁੰਦੇ ਨੇ, ਵਰਕੇ ਹੁੰਦੇ, ਉਹ ਬੜੇ ਮਜ਼ਬੂਤ ਹੁੰਦੇ ਨੇ। ਕਈ ਸਾਲਾਂ ਤੱਕ ਉਹ ਪੀਲੇ ਨਹੀਂ ਪੈਂਦੇ, ਗਲਦੇ ਨਹੀਂ ਹਨ। ਲਾਲ ਰੰਗ ਦੀ ਵਹੀ ਹੁੰਦੀ ਹੈ। ਆਮ ਜਿਹੜਾ ਕਾਗਜ਼ ਕਾਪੀਆਂ ਨੂੰ ਲੱਗਾ ਹੁੰਦਾ ਉਹ ਨਹੀਂ ਹੁੰਦਾ, ਸਗੋਂ ਮੋਟਾ ਕਾਗਜ਼ ਲੱਗਾ ਹੁੰਦਾ ਕਿ ਜਿਹੜੀ ਲੰਮੇ ਸਮੇਂ ਤੱਕ ਮੁਨਿਆਦ ਵਾਲੀ ਹੋਵੇ, ਛੇਤੀ ਜਿਹਦਾ ਕਾਗਜ਼ ਨਾ ਗਲੇ। ਅੱਜ ਵੀ ਭੱਟ ਵਹੀਆਂ ਜਿਹੜੀਆਂ ਮਿਲਦੀਆਂ ਹਨ, ਜਿਹੜੇ ਭੱਟ ਗੁਰੂ ਸਾਹਿਬਾਨਾਂ ਦੇ ਘਰ ਵਿੱਚ ਆਉਂਦੇ ਸਨ, ਉਹਨਾਂ ਦੇ ਲਿਖੇ ਹੋਏ ਉਹ ਸੰਮਤ, ਉਹ ਤਰੀਕਾਂ ਅੱਜ ਵੀ ਮਿਲਦੀਆਂ ਹਨ। ਪੁਰਾਣੀਆਂ ਭੱਟ ਵਹੀਆਂ ਅੱਜ ਵੀ ਮੌਜੂਦ ਹਨ। ਸੋ ਇਹ ਸ਼ਾਹੂਕਾਰਾਂ ਦੇ ਪਾਸ ਵੀ ਵਹੀਆਂ ਹੁੰਦੀਆਂ ਸਨ। ਖਾਤਾ ਉਹ ਲਿਖਤ ਪੜ੍ਹਤ ਸਾਰੀ ਕੀਤੀ ਜਾਂਦੀ ਸੀ ਉਸ ਵਿਅਕਤੀ ਦੇ ਨਾਮ ਤੇ। ਜਦੋਂ ਉਹਨੇ ਮੁਗਲ ਨੇ ਆਖਿਆ ਕਿ ਮੈਂ ਤੁਹਾਡੇ ਪਾਸ ਮੋਹਰਾਂ ਰੱਖ ਕਰਕੇ ਗਿਆ ਸੀ, ਤਾਂ ਭਾਈ ਭੀਵੇ ਨੇ ਉਸੇ ਸਮੇਂ ਵਹੀ ਖੋਲ ਲਈ, ਲਿਖਤ ਪੜ੍ਹਤ ਸਾਰੀ ਚੈੱਕ ਕੀਤੀ, ਵੇਖਿਆ
ਪਰ ਕੀ ਤਕਿਓ ਨੇ ਨਹੀਂ ਨਾਮ ਮੁਗਲੇ ਕੋ ਪਿਖ। ਜਿਹੜਾ ਮੁਗਲ ਵਿਅਕਤੀ ਮੋਹਰਾ ਰੱਖ ਕੇ ਗਿਆ ਸੀ ਉਹਦਾ ਨਾਮ ਕਿਤੇ ਵੀ ਲਿਖਿਆ ਹੋਇਆ ਨਾ ਵੇਖਿਆ ਨਾ ਦਿਸਿਆ। हमरे पास धरी नह तोहे वही नाम को पिखियो न मोहे। ਭਾਈ ਭੀਵਾ ਆਖਣ ਲੱਗਾ ਕਿ ਭਰਾਵਾ ਤੇਰਾ ਨਾਮ ਜਿਹੜਾ ਨਾ ਵਹੀ ਦੇ ਵਿੱਚ ਮੈਨੂੰ ਨਹੀਂ ਕਿਤੇ ਦਿਸਿਆ ਨਹੀਂ ਕਿਤੇ ਲੱਭਾ। ਜੇ ਤੂੰ ਮੋਹਰਾ ਰੱਖ ਕੇ ਗਿਆ ਸੀ ਤੇਰਾ ਨਾਮ ਤਾਂ ਲਿਖਿਆ ਚਾਹੀਦਾ ਸੀ ਨਾ ਵਹੀ ਦੇ ਵਿੱਚ, ਪਰ ਕਿਤੇ ਲੇਖਾ ਹਿਸਾਬ ਕਿਤਾਬ ਨਹੀਂ ਲਿਖਿਆ ਕਿ ਤੂੰ ਕਿੰਨੀਆਂ ਮੋਹਰਾਂ ਦੇ ਕੇ ਗਿਆ ਸੀ, ਕਦੋਂ ਦੇ ਕੇ ਗਿਆ ਸੀ। ਤੇਰਾ ਨਾਮ ਕਿਤੇ ਲਿਖਿਆ ਹੋਇਆ ਮੈਨੂੰ ਨਹੀਂ ਨਜ਼ਰ ਪਿਆ ਨਹੀਂ ਦਿਸਿਆ। ਝਗਰਤ ਝਗਰਤ ਕਰੇ ਸ਼ਿਤਾਬ ਹਿਤ ਨਿਆਉ ਢਿਗ ਗਏ ਨਵਾਬ। ਤੇ ਜਦੋਂ ਭਾਈ ਸਾਹਿਬ ਨੇ ਕਿਹਾ ਕਿ ਹਮਰੇ ਪਾਸ ਧਰੀ ਨਹਿ ਤੋਹੀ, ਸਾਡੇ ਪਾਸ ਤੂੰ ਮੋਹਰਾਂ ਨਹੀਂ ਰੱਖੀਆਂ, ਕਿਉਂਕਿ ਰੱਖੀਆਂ ਹੁੰਦੀਆਂ ਤੇ ਨਾਮ ਲਿਖਿਆ ਹੋਣਾ ਸੀ, ਸਾਰਾ ਹਿਸਾਬ ਕਿਤਾਬ ਹੋਣਾ ਸੀ, ਪਰ ਨਹੀਂ ਲਿਖਿਆ ਕਿਤੇ। ਗੱਲ ਝਗੜੇ ਤੱਕ ਪਹੁੰਚ ਗਈ। ਝਗੜਦੇ ਅਖੀਰ ਫੈਸਲਾ ਹੋਣਾ ਸੀ ਕੋਰਟ ਕਚਹਿਰੀ ਦੇ ਵਿੱਚ। ਨਵਾਬ ਜਿਹੜਾ ਸੀ ਉਸ ਸਮੇਂ ਸਰਹੰਦ ਦਾ, ਉਹਦੇ ਕੋਲ ਫੈਸਲਾ ਜਿਹੜਾ ਸੀ ਉਹ ਚਲਿਆ ਗਿਆ। ਤੇ ਉਸ ਸਮੇਂ ਉਹ ਜਿਹੜਾ ਨਿਆਂ ਕਰਨ ਦਾ ਢੰਗ ਤਰੀਕਾ ਸੀ ਉਹ ਭਾਈ ਸਾਹਿਬ ਜੀ ਅੱਗੇ ਦੱਸਦੇ ਹਨ। ਤਹਾਂ ਤੇਲ ਕੋ ਧਰਿਓ ਕਰਾਹਾ ਤਪਤ ਕਰਿਓ ਪਾਵੋ ਕਰ ਮਾਹਾ। ਪੁਰਾਣਾ ਜਿਹੜਾ ਇਨਸਾਫ ਦਾ ਤਰੀਕਾ ਸੀ ਉਹ ਇਹ ਨਹੀਂ ਸੀ ਕਿ 20-20 ਸਾਲ ਜਿਹੜੇ ਨੇ ਉਹ ਅਦਾਲਤਾਂ ਦੇ ਵਿੱਚ ਬੰਦੇ ਭੁਗਤਦੇ ਰਹਿਣ, ਉਹ ਸੁੱਕ ਜਾਣ ਤੇ ਫੈਸਲਾ ਆਉਣ ਦਾ ਨਾਂ ਹੀ ਨਾ ਲਵੇ। 84 ਦੇ ਵਿੱਚ ਜੋ ਕਤਲੇਆਮ ਸਿੱਖਾਂ ਦਾ ਕੀਤਾ ਗਿਆ ਸੀ, ਕਿੰਨੇ ਵਰ੍ਹੇ ਲੰਘ ਚੁੱਕੇ ਹਨ, ਪਰ ਅਜੇ ਤੱਕ ਉਹ ਬਹੁਤੀਆਂ ਤਰੀਕਾਂ ਹੀ ਪਈ ਜਾ ਰਹੀਆਂ ਹਨ। ਕੋਈ ਇਨਸਾਫ ਨਹੀਂ ਛੇਤੀ ਕੀਤਾ ਜਾਂਦਾ। ਸੋ ਚਾਹੀਦਾ ਤਾਂ ਹੁੰਦਾ ਹੈ ਕਿ ਛੇਤੀ ਇਨਸਾਫ ਕਰ ਦਿੱਤਾ ਜਾਏ, ਹੱਕ ਦਵਾ ਦਿੱਤਾ ਜਾਏ। ਤਾਂ ਇਹ ਸਾਹਿਬਾਂ ਬਾਣੀ 'ਚ ਲਿਖਿਆ ਹੈ ਕਿ ਰਾਜੇ ਚੁਲੀ ਨਿਆਬ ਕੀ। ਰਾਜੇ ਜਿਹੜੇ ਹਨ ਉਹਨਾਂ ਨੇ ਕਿਹੜੀ ਚੁਲੀ ਕਰ, ਜਿਹੜਾ ਨਿਆਂ ਕਰਨਾ ਇਨਸਾਫ ਦਿਵਾਉਣਾ ਹੈ ਮਜਲੂਮਾਂ ਨੂੰ। ਪਰ ਜਦੋਂ ਰਾਜੇ ਸ਼ੀਂਹ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਰਾਜੇ ਸ਼ੀਹਾਂ ਦਾ ਔਰ ਸ਼ੇਰਾਂ ਦਾ ਰੂਪ ਧਾਰਨ ਕਰ ਲੈਣ ਤਾਂ ਉਹਨਾਂ ਦੇ ਅੱਗੇ ਕਰਿੰਦੇ ਅਹਿਲਕਾਰ ਜਿਹੜੇ ਕੁੱਤਿਆਂ ਦਾ ਰੂਪ ਹੋ ਜਾਂਦੇ ਹਨ, ਵੱਢ ਖਾਂਦੇ ਹਨ। ਸੋ ਉਸ ਸਮੇਂ ਦਾ ਇਨਸਾਫ ਜਿਹੜਾ ਸੀ ਉਹ ਇਸ ਤਰ੍ਹਾਂ ਦਾ ਸੀ ਕਿ ਤੇਲ ਦਾ ਕੜਾਇਆ ਤਾ ਦਿੱਤਾ ਜਾਂਦਾ ਸੀ, ਤੇਲ ਐਨ ਗਰਮ ਕਰ ਦਿੱਤਾ ਜਾਂਦਾ ਸੀ ਤੇ ਕਿਹਾ ਜਾਂਦਾ ਸੀ ਤੇਲ ਵਿੱਚ ਆਪਣੀ ਬਾਂਹ ਪਾਓ, ਆਪਣਾ ਹੱਥ ਪਾਓ, ਤੇ ਪਰਖ ਕੀਤੀ ਜਾਂਦੀ ਸੀ ਕਿ ਜਿਹਦਾ ਹੱਥ ਸੜ ਗਿਆ ਉਹ ਬੰਦਾ ਝੂਠਾ, ਜਿਹਦਾ ਹੱਥ ਨਾ ਸੜਿਆ ਉਹ ਬੰਦਾ ਸੱਚਾ ਹੈ। ਇਸ ਤਰ੍ਹਾਂ ਇਨਸਾਫ ਕੀਤਾ ਜਾਂਦਾ, ਨਿਆਂ ਕੀਤਾ ਜਾਂਦਾ ਸੀ। ਉਹ ਜਿਹੜਾ ਹਾਕਮ ਸੀ ਸਰਹੰਦ ਸ਼ਹਿਰ ਦਾ, ਉਹਨੇ ਤੇਲ ਦਾ ਕੜਾਇਆ ਜਿਹੜਾ ਸੀ ਉਤਰਵਾ ਦਿੱਤਾ ਤੇ ਬਹੁਤ ਸਾਰਾ ਉਹ ਗਰਮ ਕਰ ਦਿੱਤਾ ਗਿਆ। ਪੰਚ ਮੋਹਰ ਕੋ ਕਰਨ ਪ੍ਰਸ਼ਾਦ ਸਿੱਖਨ ਗੁਰ ਸਿੱਖ ਸੁਖੀ ਆਦ। ਜਦੋਂ ਤੇਲ ਦਾ ਕੜਾਇਆ ਜਿਹੜਾ ਸੀ ਐਨ ਗਰਮ ਹੋ ਗਿਆ, ਫਿਰ ਤਪਤ ਕਰਿਓ ਪਾਵੋ ਕਰ ਮਾਹਾ ਕਹਿ ਦਿੱਤਾ ਕਿ ਜਿਹੜਾ ਇਹ ਤੇਲ ਤਾਇਆ ਨਾ ਗਰਮ ਕੀਤਾ ਤੇ ਚ ਆਪਣਾ ਹੱਥ ਪਾਓ। ਹੁਣ ਹੱਥ ਪਾਉਣ ਲੱਗਿਆ ਪਹਿਲਾਂ ਮਨ ਚ ਭੈ ਡਰ ਤੇ ਖੌਫ ਪੈਦਾ ਹੋਇਆ। ਪੰਚ ਮੋਹਰ ਕੋ ਕਰਨ ਪ੍ਰਸਾਦ, ਗੁਰੂ ਕੇ ਸਿੱਖਾਂ ਦੇ ਕੋਲ ਆਸਰਾ ਕਿਹੜਾ ਹੈ, ਸਹਾਰਾ ਕਿਹੜਾ ਹੈ। ਜਦੋਂ ਕੋਈ ਇਹੋ ਜਿਹਾ ਸਮਾਂ ਆਵੇ, ਕੋਈ ਔਖੀ ਬਣੇ, ਤੇ ਸਿੱਖ ਨੇ ਕੀ ਕਰਨਾ ਹੈ? ਕਿ ਕਿਸੇ ਪੀਰ ਦੀ ਕਬਰ ਤੇ ਜਾਣਾ ਹੈ, ਕਿ ਆਪਣੀ ਮੱਤ ਵਰਤਣੀ ਹੈ, ਕਿ ਆਪਣਾ ਬਲ ਲਾਉਣਾ ਹੈ? ਭਾਈ ਸਾਹਿਬ ਕਹਿੰਦੇ ਨਹੀਂ। ਜਦੋਂ ਸਾਰੇ ਆਸਰੇ ਨਿਖੁੱਟ ਜਾਣ, ਜਦੋਂ ਸਾਰੇ ਹੀਲੇ ਵਸੀਲੇ ਫੇਲ ਹੋ ਜਾਣ, ਸਾਹਿਬ ਕਹਿੰਦੇ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਹ। ਤੱਤੀ ਹਵਾ ਦਾ ਬੁੱਲਾ ਤੱਕ ਨਹੀਂ ਲੱਗਦਾ ਜਦੋਂ ਆਸਰੇ ਹੀਲੇ ਵਸੀਲੇ ਸਾਰੇ ਫੇਲ ਹੋ ਜਾਣ, ਪਿੱਛੇ ਪੈ ਜਾਣ। ਇਹਨਾਂ ਗੁਰੂ ਕੇ ਸਿੱਖਾਂ ਨੇ ਗੁਰੂ ਸਾਹਿਬ ਦਾ ਆਸਰਾ ਲਿਆ। ਗੁਰੂ ਸਾਹਿਬ ਦੇ ਹਜ਼ੂਰ ਅਰਦਾਸ ਕਰਕੇ 5 ਮੋਹਰਾਂ ਦਾ ਪ੍ਰਸ਼ਾਦ ਸੁਖਿਆ ਕਿ ਹੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਸਾਨੂੰ ਨਹੀਂ ਪਤਾ ਇਹ ਮੋਹਰਾਂ ਦੇ ਕੇ ਗਿਆ ਹੈ ਜਾਂ ਨਹੀਂ ਦੇ ਕੇ ਗਿਆ, ਪਰ ਇੱਥੇ ਪ੍ਰੀਖਿਆ ਦੀ ਘੜੀ ਹੈ। ਕਿਰਪਾ ਕਰੋ ਮਹਾਰਾਜ, ਸਾਡੀ ਲਾਜ ਰੱਖੋ। ਸਾਡਾ ਤਾਂ ਕਾਰੋਬਾਰ ਹੀ ਵਿਸ਼ਵਾਸ ਤੇ ਚੱਲਦਾ, ਅੱਜ ਵਿਸ਼ਵਾਸ ਟੁੱਟ ਗਿਆ ਤੇ ਸਾਡੇ ਕੋਲ ਕਿੰਨੇ ਆਉਣਾ ਹੈ? ਸਾਡੀ ਉਪਜੀਵਕਾ ਦਾ ਸਾਧਨ ਹੀ ਇਹ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਡੀ ਲਾਜ ਰੱਖੋ।
ਪੰਜਾਂ ਮੋਹਰਾਂ ਦਾ ਪ੍ਰਸ਼ਾਦ ਕਰਵਾਉਣਾ ਗੁਰੂ ਕੇ ਸਿੱਖਾਂ ਨੇ ਸੁਖ ਸੁਖ ਲਈ ਇਹ ਅਰਦਾਸ ਸਾਹਿਬਾਂ ਦੇ ਹਜ਼ੂਰ ਕੀਤੀ। ਮੁਗਲ ਸ਼ੀਰਨੀ ਪੀਰਨ ਮਾਨੀ ਬਾਂਟਨ ਕਰੋ ਦਰੂਦ ਬਖਾਨੀ। ਤੇ ਜਿਹੜਾ ਮੁਗਲ ਸੀ ਉਹਨੇ ਵੀ ਕਿਸੇ ਨਾ ਕਿਸੇ ਦਾ ਆਸਰਾ ਲੈਣਾ ਚਾਹਿਆ। ਉਹਨੇ ਕਿਹਦਾ ਪੀਰਾਂ ਦੀ ਸ਼ੀਰਨੀ ਸੁਖ ਲਈ। ਸ਼ੀਰਨੀ ਕਹਿੰਦੇ ਨੇ ਮਿੱਠੇ ਨੂੰ, ਜਿਵੇਂ ਖੀਰ ਹੋਵੇ ਜਾਂ ਲੱਡੂਆਂ ਦਾ ਪ੍ਰਸ਼ਾਦ। ਸੋ ਇਸ ਤਰ੍ਹਾਂ ਪ੍ਰਸ਼ਾਦ ਜਿਹੜਾ ਸੀ ਉਹ ਸੁਖ ਲਿਆ ਗਿਆ ਮੁਗਲ ਦੇ ਵੱਲੋਂ ਵੀ, ਕਿ ਮੈਂ ਫਲਾਣੇ ਪੀਰ ਦਾ ਨਾਮ ਲੈ ਕੇ ਕਿ ਇਹ ਖੀਰ ਪ੍ਰਸ਼ਾਦ ਜਾਂ ਲੱਡੂ ਜਿਹੜਾ ਮਿੱਠਾ ਹੈ ਮੈਂ ਇਹ ਅਰਪਣਾ ਕਰਾਂਗਾ। ਕਿਸੇ ਇੱਕ ਪੀਰ ਦੇ ਸੁਖਨਾ ਨਹੀਂ ਸੁਖੀ, ਕਈ ਪੀਰਾਂ ਦਾ ਨਾਮ ਉਹਨੇ ਲੈ ਲਿਆ ਤੇ ਨਾਲ ਹੀ ਇਹ ਕਹਿ ਦਿੱਤਾ ਬਾਂਟਣ ਕਰੋ ਦਰੂਦ ਬਖਾਨੀ। ਬਾਂਟਣ ਹੁੰਦਾ ਵੰਡਣਾ ਕਰਾਂਗਾ, ਦਰੂਦ ਹੁੰਦਾ ਹੈ ਦੁਆ ਕਰਨੀ। ਨਮਾਜ਼ ਪੜ੍ਹਨ ਤੋਂ ਬਾਅਦ ਜਿਹੜੀ ਦੁਆ ਕੀਤੀ ਜਾਂਦੀ ਉਹਨੂੰ ਦਰੂਦ ਕਹਿੰਦੇ ਨੇ। ਬਰਕਤ ਤਿਨ ਕੋ ਅਗਲੀ ਪੜ੍ਹਦੇ ਰਹਿਣ ਦਰੂਦ। ਗੁਰੂ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ, ਜਿਹੜੇ ਅਕਾਲ ਪੁਰਖ ਦੇ ਅੱਗੇ ਦੁਆ ਪੜ੍ਹਦੇ, ਅਰਦਾਸ ਤੇ ਬੇਨਤੀ ਪ੍ਰਾਰਥਨਾ ਕਰਦੇ ਨੇ, ਉਹਨਾਂ ਨੂੰ ਬੇਅੰਤ ਬਰਕਤਾਂ ਪ੍ਰਾਪਤ ਹੁੰਦੀਆਂ ਨੇ। ਸੋ ਦਰੂਦ ਮੰਤਰ ਪੜ੍ਹੇ ਜਾਂਦੇ ਸਨ, ਖਾਸ ਕਰਕੇ ਵੀਰਵਾਰ ਵਾਲੇ ਦਿਨ ਭਰਾਈ ਨੂੰ ਸੱਦ ਕਰਕੇ ਸਖੀ ਸੁਲਤਾਨ ਸਰਵੀਰ ਨੂੰ ਮੰਨਣ ਵਾਲੇ ਜਿਹੜੇ ਲੋਕ ਸਨ, ਗੁੜ ਦੀ ਰੋਟੀ ਬਣਾ ਕਰਕੇ ਵੱਡੀ ਸਾਰੀ ਰੋਟੀ ਪਕਾ ਕੇ ਗੁੜ ਦੇ ਨਾਲ ਚੋਪੜੀ ਜਾਂਦੀ ਸੀ। ਗੁੜ ਨੂੰ ਗਰਮ ਕਰਕੇ ਵੱਡਾ ਸਾਰਾ ਰੋਟ ਪਕਾਇਆ ਜਾਂਦਾ ਸੀ। ਫਿਰ ਦਰੂਦ ਪੜ੍ਹੇ ਜਾਂਦੇ, ਮੰਤਰ ਪੜ੍ਹੇ ਜਾਂਦੇ ਸਨ। ਭਰਾਈ ਮੰਤਰ ਪੜ੍ਹਦਾ ਸੀ, ਉਹਨੂੰ ਦਰੂਦ ਕਹਿੰਦੇ ਸਨ। ਸੋ ਆਖਣ ਲੱਗਾ ਕਿ ਮੈਂ ਦਰੂਦ ਵੀ ਪੜ੍ਹਾਵਾਂਗਾ। ਇਸ ਤਰ੍ਹਾਂ ਇਹਨੇ ਵੀ ਸੁੱਖ ਨਾ ਸੁੱਖ ਲਈ। ਦੋਨੋਂ ਕੇ ਕਰ ਪਰਿਓ ਕਰਾਹੇ ਸਿੱਖ ਕਰ ਬਚਿਓ ਮੁਗਲ ਕੋ ਦਾਹੇ। ਦੋਵਾਂ ਦੇ ਹੱਥ ਜਿਹੜੇ ਸਨ ਉਹ ਬਲਦੇ ਤਪਦੇ ਹੋਏ ਤੇਲ ਦੇ ਵਿੱਚ ਪਵਾ ਦਿੱਤੇ ਗਏ। ਤੇ ਭਾਈ ਸਾਹਿਬ ਨੇ ਇੱਥੇ ਲਿਖਿਆ ਕਿ ਸਿੱਖ ਕਰ ਬਚਿਓ। ਜਿਹੜਾ ਸਿੱਖ ਦਾ ਹੱਥ ਸੀ ਨਾ ਉਹ ਸੜਨ ਤੋਂ ਬਚ ਗਿਆ, ਉਹਨੂੰ ਆਂਚ ਨਹੀਂ ਆਈ, ਸੇਕ ਤੱਕ ਨਹੀਂ ਲੱਗਾ। ਤਾਈਏ ਸਾਹਿਬਾਂ ਕਿਹਾ ਹੈ ਕਿ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ। ਜਿਸ ਨੂੰ ਸਾਜਨ ਰਾਖਸੀ ਦੁਸ਼ਮਨ ਕਬਲ ਵਿਚਾਰ ਛੋਏ ਨਾ ਸਕੇ ਤਿਸ ਛਾਏ ਕੋ। ਉਹਦਾ ਪਰਛਾਵਾਂ ਤੱਕ ਨਹੀਂ ਛੋ ਸਕਦੇ ਜਿਹਦੀ ਰੱਖਿਆ ਕਰਨ ਵਾਲਾ ਮਾਲਕ ਹੋਵੇ, ਪਰਮੇਸ਼ਰ ਸਤਿਗੁਰੂ ਹੋਵੇ। ਸਿੱਖ ਦਾ ਜਿਹੜਾ ਸੀ ਹੱਥ ਨਾ ਸੜਿਆ, ਪਰ ਮੁਗਲ ਦਾ ਜਿਹੜਾ ਹੱਥ ਸੀ ਨਾ, ਭਾਈ ਸਾਹਿਬ ਕਹਿੰਦੇ ਉਹ ਗਰਮ ਤੇਲ ਦੇ ਚ ਪਾਉਣ ਕਰਕੇ ਦਾਹੇ ਸੜ ਗਿਆ। ਹੱਥ ਜਿਹੜਾ ਸੀ ਉਹ ਜਦੋਂ ਗਰਮ ਕੜਾਹੀ ਵਿੱਚ ਪਾਇਆ ਉਹ ਸੜ ਗਿਆ। ਕਾਰ ਕੂਰਾ ਸੋ ਵਹਿਰ ਨਿਕਾਰਾ ਭੀਵਾ ਆਪਣੇ ਸਦਨ ਸਿਧਾਰਾ। ਤੇ ਜਿਹੜਾ ਹਾਕਮ ਸੀ ਉਹਨੇ ਫੈਸਲਾ ਸੁਣਾ ਦਿੱਤਾ ਕਿ ਜਿਹੜਾ ਮੁਗਲ ਹੈ ਨਾ ਝੂਠਾ ਹੈ, ਇਹਨੂੰ ਝੂਠਾ ਕਰਕੇ ਤੇ ਕਚਹਿਰੀ ਵਿੱਚੋਂ ਬਾਹਰ ਕਢਵਾ ਦਿੱਤਾ ਧੱਕੇ ਮਾਰ ਕੇ। ਤੇ ਸਿੱਖ ਜਿਹੜਾ ਸੀ ਉਹ ਬੜੀ ਇੱਜ਼ਤ ਪੱਤ ਦੇ ਨਾਲ ਆਪਣੇ ਘਰ ਆ ਗਿਆ, ਕਿਉਂਕਿ ਜਿਹੜਾ ਇਨਸਾਫ ਵਿੱਚ ਫੇਲ ਹੋ ਜੇ ਨਾ, ਕਸਵੱਟੀ ਵਿੱਚ ਪੂਰਾ ਨਾ ਉਤਰੇ, ਉਹਨੂੰ ਫਿਰ ਸਜ਼ਾ ਦਿੱਤੀ ਜਾਂਦੀ ਸੀ ਹਾਕਮ ਵੱਲੋਂ। ਇਹ ਨਹੀਂ ਕਿ ਉਹਨੂੰ ਸਿਕਿਉਰਿਟੀ ਦੇ ਦਿੱਤੀ ਜਾਂਦੀ ਸੀ ਤੇ ਵੋਟਾਂ ਹੋਣ ਤੈਨੂੰ ਬਾਹਰ ਕੱਢ ਦਿੱਤਾ ਜਾਂਦਾ ਸੀ ਕਿ ਵੋਟਾਂ ਪਾਵੇਗਾ, ਇਹਨੂੰ ਸਿਕਿਉਰਿਟੀ ਦੇ ਦਿਓ, ਇਹਨੂੰ ਅੰਗ ਰੱਖਿਆ ਦੇ ਦਿਓ। ਇਹ ਇਸੇ ਦਾ ਨਾਮ ਤਾਂ ਘੋਰ ਕਲਯੁਗ ਹੈ ਕਿ ਜਿਹੜਾ ਬੰਦਾ ਪਾਪ ਕਰਦਾ, ਅਪਰਾਧ ਕਰਦਾ, ਐਬ ਕਰਦਾ ਹੈ, ਲੋਕਾਂ ਨੂੰ ਗਾਲਾਂ ਕੱਢਦਾ, ਉਹਨੂੰ ਸੁਰੱਖਿਆ ਦੇ ਦਿੱਤੀ ਜਾਂਦੀ ਹੈ। ਇਹ ਹਾਕਮਾਂ ਦਾ ਬੜਾ ਭੈੜਾ ਨਜ਼ਰੀਆ ਹੈ ਅੱਜ ਦਾ ਵੇਖਣ ਦਾ। ਉਹ ਇਨਸਾਫ ਕਿੱਥੋਂ ਦੇਣਗੇ? ਖਾਸ ਕਰਕੇ ਹਿੰਦੁਸਤਾਨ 'ਚ ਸਿੱਖਾਂ ਵਾਸਤੇ ਕੋਈ ਇਨਸਾਫ ਨਹੀਂ, ਕੋਈ ਅਦਾਲਤ ਨਹੀਂ ਹੈ ਕਿ ਜਿੱਥੋਂ ਉਹਨਾਂ ਨੂੰ ਇਨਸਾਫ ਪ੍ਰਾਪਤ ਹੋ ਸਕੇ, ਹੱਕ ਸੱਚ ਮਿਲ ਸਕੇ। ਜਦੋਂ ਵੀ ਸਿੱਖਾਂ ਨੇ ਇਨਸਾਫ ਲਿਆ ਹੈ ਉਦੋਂ ਗੁਰੂ ਸਾਹਿਬ ਦੇ ਬਚਨਾਂ ਅਨੁਸਾਰ ਆਪਨ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਆਪ ਹੀ ਆਪਣੇ ਹੱਥਾਂ ਨਾਲ ਕਾਜ ਸਵਾਰੇ, ਦੁਸ਼ਟਾਂ ਨੂੰ ਸੋਧਾ ਲਾਇਆ, ਇਨਸਾਫ ਲਿਆ ਹੈ। ਸੋ ਮੁਗਲਾ ਜਿਹੜਾ ਸੀ ਉਹਨੂੰ ਝੂਠਾ ਜਾਣ ਕਰਕੇ ਕਚਹਿਰੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਭਾਈ ਭੀਵਾ ਜਿਹੜਾ ਸੀ ਇੱਜ਼ਤ ਪੱਤ ਦੇ ਨਾਲ ਆਪਣੇ ਘਰ ਆ ਗਿਆ। ਰੂਪ ਚੰਦ ਭਰਾਤਾ ਸੋ ਕਹਿਓ ਕਿਉਂ ਧਨ ਮੁਗਲ ਮੰਗ ਬੋ ਚਾਹਿਓ।
ਭਾਈ ਸਾਹਿਬ ਰਸਤੇ 'ਚ ਆਉਂਦੇ ਆਉਂਦਾ ਸੋਚਦੇ ਆਏ ਕਿ ਕਾਰਨ ਕੀ ਸੀ, ਗੱਲ ਜਿਹੜੀ ਤੇਲ ਦੇ ਕੜਾਹੇ ਤੱਕ ਕਿਵੇਂ ਜਾ ਪਹੁੰਚੀ। ਇਹ ਗੱਲ ਜ਼ਰੂਰ ਕੁਛ ਹੈ, ਇੱਥੋਂ ਤੱਕ ਉਹ ਮੁਗਲ ਨਹੀਂ ਸੀ ਪਹੁੰਚ ਸਕਦਾ, ਇਹ ਜ਼ਰੂਰ ਕੋਈ ਨਾ ਕੋਈ ਕਾਰਨ ਹੈ। ਘਰ ਆਇਆ ਤੇ ਆਪਣਾ ਭਰਾਤਾ ਜਿਹੜਾ ਰੂਪ ਚੰਦ ਸੀ ਨਾ ਉਹਨੂੰ ਮਿਲਿਆ। ਉਹਨੂੰ ਆ ਕੇ ਆਖਣ ਲੱਗਾ ਕਿ ਸਾਡੇ ਕੋਲੋਂ ਉਸ ਮੁਗਲ ਨੇ, ਉਸ ਵਿਅਕਤੀ ਨੇ ਪੈਸਾ ਜਿਹੜਾ ਧਨ ਮੰਗਣਾ ਚਾਹਿਆ ਸੀ, ਉਹ ਕਿਉਂ ਚਾਹਿਆ ਸੀ, ਉਹਨੇ ਕਿਉਂ ਇੱਛਾ ਕੀਤੀ ਸੀ ਕਿ ਮੈਨੂੰ ਪੈਸੇ ਦਿਓ। ਇਹਦੇ ਵਿੱਚ ਜ਼ਰੂਰ ਕੋਈ ਨਾ ਕੋਈ ਕਾਰਨ ਹੈ, ਕੋਈ ਰਾਜ ਹੈ। ਤਬ ਦੋਨੋਂ ਨੇ ਸਕਲ ਦੁਕਾਨ ਖੋਜਨ ਕਰੀ ਸਕਲ ਅਸਥਾਨ। ਤਦੋਂ ਦੋਵਾਂ ਭਰਾਵਾਂ ਨੇ ਵਿਚਾਰ ਕਰਕੇ ਆਪਣੀ ਜਿਹੜੀ ਦੁਕਾਨ ਸੀ ਨਾ ਸਾਰੀ ਖੋਜਨ ਕੀਤੀ। ਖੋਜਨ ਦਾ ਅਰਥ ਹੁੰਦਾ ਭਾਲੀ। ਸਾਰੇ ਥਾਵਾਂ ਤੇ ਭਾਂਡਿਆਂ ਵਿੱਚ, ਗੁਥਲੀਆਂ ਵਿੱਚ ਚੈੱਕ ਕੀਤਾ ਕਿ ਕਿਤੇ ਉਹਦੇ ਪੈਸੇ ਤਾਂ ਨਹੀਂ ਪਏ ਜਿੰਨੇ ਪੈਸੇ ਦੱਸ ਰਿਹਾ ਸੀ। ਦੋਵਾਂ ਭਰਾਵਾਂ ਨੇ ਰਲ ਮਿਲ ਕਰਕੇ ਦੁਕਾਨ ਦਾ ਸਾਰਾ ਜਿਹੜਾ ਸਥਾਨ ਥਾਂ ਸੀ, ਜਗ੍ਹਾ ਸੀ, ਗੁੱਠਾਂ ਸਨ, ਕੋਨੇ ਸਨ, ਖੂੰਜੇ ਸਨ, ਉਹ ਸਾਰੇ ਵੇਖ ਲੈ, ਭਾਲ ਲੈ। ਕਿਸ ਬਾਸਨ ਮਹਿ ਤੇ ਸੋ ਪਾਈ, ਮੋਹਰ ਵਾਸਣੀ ਮਹਿ ਸਮੁਦਾਈ। ਅਖੀਰ ਲੱਭਦਿਆਂ ਲੱਭਦਿਆਂ, ਭਾਲਦਿਆਂ ਭਾਲਦਿਆਂ ਨਾ ਵਾਸਣੀ ਹੁੰਦੀ ਹੈ ਕੱਪੜੇ ਦੀ ਗੁਥਲੀ, ਲੰਬੀ ਸਾਰੀ ਗੁਥਲੀ। ਉਹ ਲੱਕ ਨਾਲ ਬੰਨ੍ਹ ਲਈ ਜਾਂਦੀ ਸੀ। ਜਦੋਂ ਰਸਤੇ 'ਚ ਸਫ਼ਰ ਕਰਨਾ ਹੁੰਦਾ ਸੀ, ਉਹ ਪੈਸੇ ਜਿਹੜੇ ਸਨ ਉਹਦੇ ਵਿੱਚ ਪਾ ਕਰਕੇ ਲੱਕ ਨਾਲ ਬੰਨ੍ਹ ਲੈ ਜਾਂਦੇ ਸੀ, ਕਿਉਂਕਿ ਜੇਬ ਵਿੱਚੋਂ ਤਾਂ ਪਤਾ ਨਹੀਂ ਕਦੋਂ ਕੋਈ ਉਡਾ ਕੇ ਲੈ ਜਾ, ਖੀਸਾ ਕੱਟ ਲਵੇ। ਉਹ ਗੁਥਲੀ ਵਿੱਚ ਪਾ ਕਰਕੇ ਤੇ ਆਪਣੇ ਪੇਟ ਨਾਲ ਪੈਸੇ ਬੰਨ੍ਹ ਲੈ ਜਾਂਦੇ ਸੀ। ਲੱਕ ਨਾਲ ਦੁਬਾਰਾ ਉਹ ਕੱਪੜਾ ਜਿਹੜਾ ਵਲੇਟ ਲਿਆ ਜਾਂਦਾ ਸੀ ਉਹਨੂੰ ਵਾਸਨੀ ਕਹਿੰਦੇ ਸਨ। ਪੰਜਾਬੀ ਵਿੱਚ ਅਸੀਂ ਕਹਾਂਗੇ ਗੁਥਲੀ। ਉਹ ਜਿਹੜੀ ਪੈਸਿਆਂ ਵਾਲੀ ਗੁਥਲੀ ਸੀ ਉਹ ਕਿਸੇ ਭਾਂਡੇ ਦੇ ਵਿੱਚ ਪਈ, ਕਿਸੇ ਘੜੇ, ਕਿਸੇ ਮਟਕੇ ਦੇ ਵਿੱਚ ਰੱਖੀ ਹੋਈ ਇਹਨਾਂ ਦੋਵਾਂ ਭਰਾਵਾਂ ਨੂੰ ਲੱਭ ਗਏ। ਬਹੁਤ ਬਸੂਰਤ ਸ਼ੀਘਰ ਗਏ ਤਹਿ, ਮੁਗਲ ਸਚਿੰਤ ਮਹਾ ਦੁਖ ਸੋਜੈ। ਇਹ ਸਿੱਖ ਜਦੋਂ ਇਹਨਾਂ ਨੂੰ ਉਹ ਵਾਸਨੀ ਗੁਥਲੀ ਪੈਸਿਆਂ ਵਾਲੀ, ਧਨ ਮੋਹਰਾਂ ਵਾਲੀ ਲੱਭ ਗਈ, ਬੜੇ ਬਸੂਰਤ ਹੁੰਦਾ ਝੂਰਦੇ ਹੋਏ ਗਏ। ਬੜਾ ਮਨ 'ਚ ਝੂਰੇ, ਬੜਾ ਪਛਤਾਵਾ ਕੀਤਾ ਕਿ ਗੱਲ ਕਿੱਥੋਂ ਤੱਕ ਜਾ ਪਹੁੰਚੀ। ਉਹਦਾ ਵਿਚਾਰੇ ਦਾ ਹੱਥ ਵੀ ਸੜ ਗਿਆ। ਇਹ ਕੀ ਬਣਿਆ, ਪੈਸੇ ਤਾਂ ਸਾਡੇ ਕੋਲ ਹੀ ਸਨ। ਹੁਣ ਵਿਚਲਾ ਰਾਜ ਉਹਨਾਂ ਨੂੰ ਨਹੀਂ ਸੀ ਪਤਾ ਕਿ ਸਾਡੇ ਧਿਆਨ ਵਿੱਚ ਨਹੀਂ ਸੀ, ਅਸੀਂ ਵੀ ਸੱਚੇ ਸਾਂ। ਸੋ ਉਸੇ ਸਮੇਂ ਉਹ ਮੋਹਰਾਂ ਲੈ ਕੇ, ਉਹ ਧਨ ਲੈ ਕੇ ਦੌੜ ਪਏ ਉਸ ਪਾਸੇ ਨੂੰ ਜਿੱਧਰ ਪਤਾ ਲੱਗਾ ਕਿ ਉਹ ਮੁਗਲ ਗਿਆ ਹੈ। ਮੁਗਲ ਸਚਿੰਤ ਮਹਾ ਦੁੱਖ ਸੋਜੈ ਹੈ। ਜਿੱਥੇ ਚਿੰਤਾ ਵਿੱਚ ਡੁੱਬਿਆ ਹੋਇਆ ਮੁਗਲ ਬੜਾ ਦੁੱਖ ਦੇ ਨਾਲ ਝੂਰ ਰਿਹਾ ਸੀ, ਹੱਥ ਸੜ ਗਿਆ ਸੀ, ਦੁਖੀ ਹੋ ਰਿਹਾ ਸੀ, ਉਹਦੇ ਕੋਲੇ ਦੋਵੇਂ ਭਰਾ ਜਾ ਪਹੁੰਚੇ। ਬਿਸਰ ਗਏ ਹਮ ਖੋਜੀ ਆਛੇ, ਭਰੀ ਵਾਸਣੀ ਪ੍ਰਾਪਤ ਪਾਛੇ। ਇਹ ਆਖਣ ਲੱਗੇ ਕਿ ਭਰਾਵਾ ਅਸੀਂ ਵਿਸਰ ਗਏ, ਭੁੱਲ ਗਏ ਸੀ। ਤੂੰ ਮੋਹਰਾਂ ਦੇ ਕੇ ਗਿਆ ਸੀ, ਪਰ ਤੇਰਾ ਨਾਮ ਨੋਟ ਕਰਨਾ, ਲਿਖਤ ਪੜਤ ਕਰਨੀ ਸਾਡੇ ਧਿਆਨ ਵਿੱਚ ਨਹੀਂ ਸੀ ਰਿਹਾ। ਸਾਨੂੰ ਖਿਆਲ ਭੁੱਲ ਗਿਆ ਸੀ। ਉਹ ਗਲਤੀ ਸਾਡੇ ਕੋਲੋਂ ਅਣਜਾਣਪੁਣੇ ਵਿੱਚ ਹੋ ਗਈ, ਜਾਣ ਬੁੱਝ ਕੇ ਨਹੀਂ ਕੀਤਾ ਸੀ। ਉਹ ਅਣਜਾਣੇ ਸਾਡੇ ਕੋਲੋਂ ਭੁੱਲ ਹੋ ਗਈ ਸੀ। ਭੁੱਲ ਦੇ ਵਿੱਚ, ਗਲਤੀ ਦੇ ਵਿੱਚ ਤੇ ਪਾਪ ਦੇ ਵਿੱਚ, ਤਿੰਨਾਂ ਵਿੱਚ ਹੀ ਅੰਤਰ ਫਰਕ ਹੁੰਦਾ ਹੈ। ਭੁੱਲ ਹੁੰਦੀ ਹੈ ਜਿਹੜੀ ਬਿਲਕੁਲ ਅਣਜਾਣ ਵਿੱਚ ਹੋ ਜਾਵੇ। ਗਲਤੀ ਹੁੰਦੀ ਪਤਾ ਹੈ, ਉਹ ਜਾਣ ਬੁੱਝ ਕੇ ਕੰਮ ਕਰਨਾ। ਤੇ ਪਾਪ ਹੁੰਦਾ ਹੈ ਜਿਹਨੂੰ ਆਮ ਤੌਰ ਤੇ ਉਪਦਰਵ ਕਹਿੰਦੇ ਹਨ। ਪਤਾ ਹੈ ਕਿ ਇਹ ਜਿਹੜਾ ਕਰਮ ਹੈ, ਇਹ ਕਰਨ ਕਰਕੇ ਦਾ ਨਤੀਜਾ, ਦਾ ਰਿਜ਼ਲਟ ਜਿਹੜਾ ਬੜਾ ਦੁਖਦਾਈ ਹੈ। ਕਿਸੇ ਦਾ ਗਲ ਵੱਢਣਾ, ਅਸੰਖ ਪਾਪੀ ਪਾਪ ਕਰ ਜਾਹੇ। बुरा है पाप बुरा पापी को प्यारा, पाप लद्दे पापे पसारा, पर हर पाप पछाणे आप। जिन्ना चिर बंदा पाप नहीं छड़दा, साहब कहंदे अपने आपे दी पछाण नहीं हो सकती। भुल चुक दी मुआफी है, पाप दी वड्डी सजा मनुख भुगतदा है। सो ये दोवें भरा दौड़ पे उस मुगल दे कोल जा पहुंचे ते जा करके कहन लगे कि लै भरावा अपनियां मोहरां लै लै, आ वासनी तेरी है, ये थैली मोहरां वाली, ते अपना दुख जड़ा दूर कर लै। लेहो अपनी दुख दूर करीजै, शिमो भूल हमरी सुख लीजै। अपनी वासनी लै लै, मोहरां दी थैली लैके दुख दूर कर, ते शिमो भूल हमरी, जो साडे कोलों भुल हो गई ना
ਉਹ ਸਾਨੂੰ ਮਾਫ ਕਰ ਦੇ, ਸੁਖ ਲੈ ਜੇ ਹੁਣ ਤੂੰ ਵੀ ਸੁਖ ਲੈਣਾ ਕਰ, ਤੂੰ ਵੀ ਸੁਖ ਪਾਉਣਾ ਕਰ। ਬਿਸਮਤ ਮੁਗਲ ਕਹੀ ਮੁਖ ਬਾਨੀ, ਕਿਸ ਕੀ ਤੁਮ ਮੰਨਤ ਤਬ ਮਾਨੀ। ਉਹ ਮੁਗਲ ਜਿਹੜਾ ਸੀ ਬੜਾ ਹੈਰਾਨ, ਬੜਾ ਚਰਜ ਹੋਇਆ ਕਿ ਬੰਦੇ ਤਾਂ ਝੂਠੇ ਸਨ, ਮੋਹਰਾਂ ਤੇ ਨਾ ਘਰੋਂ ਨਿਕਲ ਆਈਆਂ ਤੇ ਮੇਰਾ ਹੱਥ ਐਵੇਂ ਸੜ ਗਿਆ ਹੈ। ਉਹਦਾ ਫੌਰਨ ਧਿਆਨ ਗਿਆ ਉਸ ਪਾਸੇ ਕਿ ਸੁਖਣਾ ਤਾਂ ਮੈਂ ਵੀ ਸੁਖੀ ਸੀ, ਪਰ ਮੇਰੀ ਸੁਖਣਾ ਨੇ ਕੋਈ ਰੰਗ ਹੀ ਨਹੀਂ ਵਿਖਾਇਆ, ਮੇਰੀ ਦੁਆ ਦਾ, ਮੇਰੀ ਅਰਦਾਸ ਦਾ ਕੋਈ ਅਸਰ ਹੀ ਨਹੀਂ ਹੋਇਆ। ਉਸੇ ਸਮੇਂ ਹੈਰਾਨ ਬਿਸਮਤ ਹੋ ਕੇ ਪੁੱਛਣ ਲੱਗਾ, ਕਹਿਣ ਲੱਗਾ, ਸਿੱਖੋ ਕਿਸ ਕੀ ਤੁਮ ਮੰਨਤ ਤਪ ਮਾਨੀ, ਤੁਸੀਂ ਕਿਹਦੀ ਮੰਨਤ ਮੰਨੀ ਸੀ, ਕਿਹਦੀ ਸੁਖਣਾ ਤੁਸੀਂ ਸੁਖਣਾ ਕੀਤੀ ਸੀ। ਪੀਵੇ ਕਹਿਓ ਮੋਹਰ ਹਮ ਪੰਚੇ, ਸੁਖੀ ਸੁਖ ਸਤਿਗੁਰੂ ਸਾਚੇ। ਭਾਈ ਭੀਵਾ ਜੀ ਆਖਣ ਲੱਗਾ ਕਿ ਅਸੀਂ 5 ਮੋਹਰਾਂ ਜਿਹੜੀਆਂ ਸਨ ਸਤਿਗੁਰੂ ਸੱਚੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਥਾਏ, ਉਹਨਾਂ ਦੇ ਨਿਮਿਤ ਸੁਖਨਾ ਸੁਖੀ ਸੀ ਕਿ ਮਹਾਰਾਜ 5 ਮੋਹਰਾਂ ਦੀ ਅਸੀਂ ਦੇਗ ਕਰਵਾਵਾਂਗੇ, ਪ੍ਰਸ਼ਾਦ ਵੰਡਾਂਗੇ। ਇਹ ਸੁਖਨਾ ਸੀ 5 ਮੋਹਰਾਂ ਦੀ, ਸੱਚੇ ਸਤਿਗੁਰੂ ਦੇ ਹਜ਼ੂਰ ਸੁਖੀ ਸੀ। ਕਾਮਲ ਗੁਰੂ ਮੁਗਲ ਮਨ ਜਾਨ, ਕਹਿਓ ਚਲੋ ਲੈ ਮੁਝ ਗੁਰ ਥਾਨ। ਮੁਗਲ ਬੜਾ ਸਿਆਣਾ ਸੀ। ਜਦੋਂ ਉਹਨੇ ਸੁਣਿਆ ਕਿ ਇਹਨਾਂ ਕਿਸੇ ਸੱਚੇ ਗੁਰੂ ਦੀ ਸੁਖਨਾ ਸੁਖੀ ਸੀ ਤੇ ਉਹਨੇ ਇਹਨਾਂ ਦੀ ਰੱਖਿਆ ਕੀਤੀ ਹੈ, ਮਨ 'ਚ ਜਾਣ ਲਿਆ ਕਿ ਇਹਨਾਂ ਦਾ ਜਿਹੜਾ ਗੁਰੂ ਹੈ ਨਾ ਕਾਮਲ ਹੈ। ਕਾਮਲ ਫਾਰਸੀ ਵਿੱਚ ਕਹਿੰਦੇ ਨੇ ਪੂਰਨ ਨੂੰ, ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਊਣਤਾਈ ਅਧੂਰਾਪਨ ਨਾ ਹੋਵੇ, ਸੰਪੂਰਨ ਹੋਵੇ, ਆਤਮ ਗਿਆਨੀ ਹੋਵੇ, ਆਤਮਿਕ ਮੰਡਲ ਦਾ ਵਾਸੀ ਹੋਵੇ, ਰੱਬ ਦੇ ਘਰ 'ਚ ਪਹੁੰਚ ਵਾਲਾ ਹੋਵੇ। ਮੁਸਲਮਾਨ ਮੱਝ ਵਿੱਚ ਉਹਨੂੰ ਕਾਮਲ ਫਕੀਰ ਆਖਿਆ ਜਾਂਦਾ ਹੈ। ਇਸ ਮੁਗਲ ਨੇ ਜਾਣਿਆ ਕਿ ਇਹਨਾਂ ਦਾ ਗੁਰੂ ਜਿਹੜਾ ਉਹ ਕਾਮਲ ਹੈ, ਪੂਰਨ ਹੈ, ਤੇ ਆਖਣ ਲੱਗਾ, ਭਰਾਵੋ ਮੈਨੂੰ ਵੀ ਉਸ ਗੁਰੂ ਦੇ ਪਾਸ, ਗੁਰੂ ਦੇ ਸਥਾਨ ਤੇ ਲੈ ਚੱਲੋ ਜਿੱਥੇ ਤੁਹਾਡਾ ਗੁਰੂ ਰਹਿੰਦਾ ਹੈ। ਦੋਨੋਂ ਭਰਾਤ ਸੰਗ ਲੈ ਤਾਹੀ, ਆਏ ਸ਼ੀਗਰ ਗੁਰੂ ਕੇ ਪਾਹੀ। ਦੋਵੇਂ ਭਰਾ ਭਾਈ ਭੀਵਾ ਤੇ ਭਾਈ ਰੂਪ ਚੰਦ ਉਸ ਮੁਗਲ ਨੂੰ ਨਾਲ ਲੈ ਕੇ ਸਰਹੰਦ ਤੋਂ ਚੱਲੇ। ਸ਼ੀਗਰ ਹੁੰਦਾ ਛੇਤੀ, ਕਾਲੀ ਵਾਹੋ ਦਾਹੀ ਚੱਲਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੱਚੇ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਆ ਪਹੁੰਚੇ। ਮਸਤਕ ਟੇਕ ਬੈਠ ਕਰ ਬੂਝੇ, ਇਹ ਵਿਪਰੀਤ ਭਈ ਉਰ ਸੂਝੇ। ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ, ਸਾਹਿਬਾਂ ਦੇ ਹਜ਼ੂਰ ਬੈਠ ਗਏ ਤੇ ਮੁਗਲ ਨੇ ਸਵਾਲ ਕੀਤਾ, ਹੇ ਗੁਰੂ ਸਾਹਿਬ ਜੀਓ ਦੱਸੋ, ਆ ਜਿਹੜੀ ਵਿਪਰੀਤ ਹੁੰਦੀ ਉਲਟੀ, ਵਿਪਰੀਤ ਭਈ ਜਿਹੜੀ ਉਲਟੀ ਗੱਲ ਹੋ ਗਈ ਹੈ ਔਰ ਸੂਝੇ ਮਹਾਰਾਜ, ਸਾਡੇ ਵੀ ਮੇਰੇ ਵੀ ਦਿਲ ਨੂੰ ਪਤਾ ਲੱਗੇ, ਸਿੱਖਾਂ ਦੇ ਮਨ ਵਿੱਚ ਸ਼ੰਕਾ ਸੀ ਕਿ ਅਸੀਂ ਤਾਂ ਝੂਠੇ ਸੀ ਤੇ ਹੱਥ ਇਹਦਾ ਸੜ ਗਿਆ, ਇਹ ਕੀ ਗੱਲ ਬਣੀ। ਇਹਨਾਂ ਸਾਰਿਆਂ ਰਲ ਕੇ ਪੁੱਛਿਆ, ਮਹਾਰਾਜ ਸਾਡੇ ਦਿਲ ਨੂੰ ਇਸ ਗੱਲ ਦੀ ਰਮਝ ਸਮਝ ਪਵੇ ਕਿ ਇਹ ਗੱਲ ਉਲਟੀ ਕਿਉਂ ਹੋ ਗਈ ਹੈ। ਸਾਚੋ ਝੂਠ, ਝੂਠ ਭਾ ਸਾਚੋ, ਸੁਨ ਸ਼੍ਰੀ ਸਤਿਗੁਰ ਬਚਨ ਉਬਾਚੋ। ਕਿ ਜਿਹੜਾ ਤਾਂ ਸੱਚਾ ਸੀ ਉਹ ਝੂਠਾ ਹੋ ਗਿਆ ਤੇ ਜਿਹੜਾ ਝੂਠਾ ਸੀ ਉਹ ਸੱਚਾ ਹੋ ਗਿਆ, ਇਹ ਕਿਵੇਂ ਹੋ ਗਿਆ। ਸੁਣ ਕੇ ਇਹਨਾਂ ਦੀ ਬੇਨਤੀ ਸੱਚੇ ਸਾਹਿਬ ਪੰਚਮ ਪਾਤਸ਼ਾਹ ਗੁਰਦੇਵ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਮੁਖ ਤੋਂ ਬਚਨ ਪ੍ਰਗਟ ਕੀਤੇ। ਸਾਹਿਬ ਜੀ ਕਹਿਣ ਲੱਗੇ, ਇਸ ਕੋ ਨਹਿ ਸੁਧ ਦਰਬ ਤੁਹਾਰੇ, ਪਰਿਓ ਸਿੱਖ ਪੁਨ ਸ਼ਰਨ ਹਮਾਰੇ। ਗੁਰੂ ਸਾਹਿਬ ਜੀ ਆਖਣ ਲੱਗੇ ਤੇ ਝੂਠੇ ਤੇ ਸੱਚੇ ਦਾ ਸਵਾਲ ਹੀ ਨਹੀਂ ਹੈ, ਇਹਦੇ 'ਚ ਸਵਾਲ ਹੈ ਸ਼ਰਨ ਦਾ ਕਿ ਸ਼ਰਨ ਮਨੁੱਖ ਨੇ ਕਿਸ ਦੀ ਲਈ ਹੈ, ਸੱਚੇ ਗੁਰੂ ਦੇ ਲਈ ਹੈ ਕਿ ਜਾਂ ਅਧੂਰੇ ਦੇ ਲਈ ਹੈ। ਕਿਉਂਕਿ ਕਾਚੇ ਗੁਰ ਤੇ ਭੁਗਤ ਨਾ ਹੋ, ਕੱਚੇ ਪਿੱਲੇ ਗੁਰੂ ਦੇ ਕੋਲੋਂ ਜੀਵਨ ਦੇ ਬੰਧਨ ਜਿਹੜੇ ਨਹੀਂ ਦੂਰ ਹੁੰਦੇ, ਮੁਕਤੀ ਪ੍ਰਾਪਤ ਨਹੀਂ ਹੁੰਦੀ। ਹੁਣ ਸਾਹਿਬ ਨੇ ਦੱਸਿਆ ਜਿਹੜਾ ਗੁੱਝਾ ਭੇਦ ਸੀ। ਸਾਹਿਬ ਜੀ ਆਖਣ ਲੱਗੇ, ਜਿਹੜੇ ਸਿੱਖ ਸਨ ਇਹਨਾਂ ਨੂੰ ਸੁੱਧ ਹੁੰਦੀ ਖਬਰ, ਤੂੰ ਪੈਸੇ ਰੱਖ ਕੇ ਗਿਆ ਸੀ ਪਰ ਇਹਨਾਂ ਦੇ ਧਿਆਨ ਵਿੱਚੋਂ ਨਿਕਲ ਗਿਆ ਸੀ, ਬੇਈਮਾਨ ਨਹੀਂ ਸਨ, ਸੱਚੇ ਸਨ, ਹਿਰਦੇ ਦੇ ਸੱਚੇ ਸਨ। ਤੇ ਮੂੰਹ ਭਾਵੇਂ ਨਾ ਕਹਿ ਦਿੱਤਾ ਕਿ ਤੂੰ ਤਾਂ ਪੈਸੇ ਦੇ ਕੇ ਨਹੀਂ ਗਿਆ, ਪਰ ਗੁਰੂ ਸਾਹਿਬ ਦਾ ਬਚਨ ਹੈ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ।
ਇਸੇ ਤਰ੍ਹਾਂ ਹੀ ਜੇ ਉਹ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਹਰ ਭਾਣੇ, ਰੱਬ ਦੇ ਪਿਆਰਿਆਂ ਕੋਲੋਂ ਬਾਹਰੋਂ ਕਦੇ ਉੱਚਾ ਨੀਵਾਂ ਬੋਲਿਆ ਜਾਵੇ, ਕਿਸੇ ਨੂੰ ਗਾਲ ਵੀ ਕੱਢ ਦੇਣ ਨਾ, ਰੱਬ ਦੇ ਘਰ 'ਚ ਖਰੇ ਹੀ ਨੇ। ਉਹਨਾਂ ਦੀ ਰੀਸ ਨਾ ਕੀਤੀ ਜਾਏ ਫਲਾਨਾ ਬਾਬਾ ਗਾਲਾਂ ਬੜੀਆਂ ਕੱਢਦਾ ਹੈ। ਕਈ ਤਾਂ ਇਹੋ ਸੁਣ ਕੇ ਖੁਸ਼ ਹੁੰਦੇ ਨੇ, ਕਈਆਂ ਨੂੰ ਤਾਂ ਆਦਤ ਹੁੰਦੀ ਹੈ, ਤੇ ਕਈ ਬ੍ਰਹਮ ਅਵਸਥਾ ਦੇ ਵਿੱਚ ਟਿਕੇ ਹੋਏ, ਉਹਨਾਂ ਦੇ ਮੂੰਹ ਤੋਂ ਕਈ ਰਸੋਤੇ ਐਸਾ ਬਚਨ ਨਿਕਲ ਜਾਂਦਾ, ਉਹਦੇ ਵਿੱਚ ਵੀ ਭਲਾ ਹੁੰਦਾ ਹੈ। ਇਹਨੂੰ ਕਹਿੰਦੇ ਮੂੰਹ ਦੀ ਭੁੱਲ ਚੁੱਕ। ਅੰਦਰੋਂ ਉਹਨਾਂ ਦਾ ਬਿਲਕੁਲ ਸਾਫ਼ ਹੁੰਦਾ, ਅੰਦਰੋਂ ਨਹੀਂ ਚਾਹੁੰਦੇ ਕਿਸੇ ਨੂੰ ਬੁਰਾ ਬੋਲਿਆ ਜਾਏ, ਪਰ ਬਾਹਰੋਂ ਜੇਕਰ ਕਿਤੇ ਐਸਾ ਹੋ ਜਾਵੇ, ਰੱਬ ਦੇ ਘਰ ਵਿੱਚ ਖਰੇ ਹੁੰਦੇ, ਸੱਚੇ ਹੁੰਦੇ ਨੇ। ਗੁਰੂ ਸਾਹਿਬ ਕਹਿਣ ਲੱਗੇ ਪਰਿਓ ਸਿੱਖ ਪੁਨ ਸ਼ਰਨ ਹਮਾਰੇ, ਫੇਰੇ ਸਿੱਖ ਸਨ ਤੇ ਸਾਡੀ ਸ਼ਰਨ ਵਿੱਚ ਪਏ ਸਨ। ਇਹਨਾਂ ਸਾਡਾ ਆਸਰਾ ਲਿਆ ਸੀ, ਸਹਾਰਾ ਲਿਆ ਸੀ। ਲੇਹੋ ਉਬਾਰ ਆਪਨੋ ਜਾਣੇ, ਤੋਬ ਬਹੁ ਪੀਰਨ ਨਾ ਰਛਿਆ ਠਾਨੇ। ਤੇ ਜਿਹੜਾ ਸਾਡਾ ਆਪਣਾ ਹੋਵੇ ਨਾ, ਉਹਦੇ ਅਸੀਂ ਰੱਖਿਆ ਕਰਦੇ ਹੁੰਦੇ। ਤਾਈਏ ਸਾਹਿਬ ਬਾਣੀ ਚ ਕਹਿ ਕੇ ਆਪਣਾ ਗੁਰੂ ਧਿਆਏ, ਗੁਰੂ ਧਿਆਉਣਾ ਤੇ ਆਪਣਾ ਧਿਆਇਆ ਕਰੋ, ਬਗਾਨੇ ਨੂੰ ਨਾ ਕਿਸੇ ਨੂੰ ਚੇਤੇ ਕਰਿਆ ਕਰੋ। ਆਪਣਾ ਹੀ ਗੁਰੂ ਹੈ ਸੱਚਾ ਸਾਹਿਬ ਰੱਖਿਆ ਕਰਨ ਵਾਲਾ। ਇਹਨਾਂ ਪ੍ਰੇਮੀਆਂ ਨੇ ਸਾਹਿਬ ਕਹਿਣ ਲੱਗੇ ਸਾਨੂੰ ਆਪਣਾ ਜਾਣਿਆ ਤੇ ਅਸੀਂ ਇਹਨਾਂ ਨੂੰ ਆਪਣੇ ਜਾਣ ਕਰਕੇ ਉਬਾਰ ਲਿਆ, ਇਹਨਾਂ ਨੂੰ ਬਚਾ ਲਿਆ, ਇਹਨਾਂ ਦੀ ਰੱਖਿਆ ਕੀਤੀ। ਤੇ ਤੇਰੀ ਜਿਹੜੀ ਸ਼ਰਧਾ ਸੀ ਨਾ, ਬੜੇ ਪੀਰਾਂ ਤੇ ਸੀ, ਕਦੀ ਕਿਸੇ ਪੀਰ ਵਾਲੇ ਪਾਸੇ ਧਿਆਨ ਗਿਆ, ਕਦੀ ਕਿਸੇ ਵਾਲੇ ਪਾਸੇ, ਕਦੀ ਕਿਸੇ ਦੀ ਸੁਖਣਾ ਸੁਖ ਲਈ। ਤੇਰੀ ਤਾਂ ਸੁਰਤੀ ਜਿਹੜੀ ਖਿੰਡਾਓ ਵਿੱਚ ਸੀ, ਤੇ ਜਿਹੜੀ ਖਿੜੀ ਹੋਈ ਸੁਰਤੀ ਹੈ, ਉਸ ਸੁਰਤੀ 'ਚ ਨਿਕਲੀ ਅਰਦਾਸ ਕਦੀ ਪੂਰੀ ਨਹੀਂ ਹੁੰਦੀ। ਇਕਾਗਰ ਮਨ, ਇਕਾਗਰ ਚਿੱਤ, ਭਾਵਨਾ ਤੇ ਸ਼ਰਧਾ ਪਿਆਰ 'ਚ ਭਿੱਜਿਆ ਹੋਇਆ ਹਿਰਦਾ, ਉਸ ਹਿਰਦੇ ਤੋਂ ਭਾਵੇਂ ਮੁੱਖ ਰਾਹੀਂ ਬੋਲ ਨਾ ਵੀ ਨਿਕਲ, ਹਿਰਦੇ ਤੋਂ ਕੀਤੀ ਅਰਦਾਸ ਹੀ ਮਾਲਕ ਦੇ ਘਰ ਵਿੱਚ ਪਹੁੰਚ ਜਾਂਦੀ ਹੈ, ਪ੍ਰਵਾਨ ਹੁੰਦੀ ਹੈ। ਇਹ ਗੁਰਮੁਖਾਂ ਨੇ ਸਾਡੀ ਹਜ਼ੂਰ ਅਰਦਾਸ ਕੀਤੀ, ਸਾਡੀ ਸ਼ਰਨ ਧੱਕੀ, ਜਿਸ ਕਰਕੇ ਅਸੀਂ ਆਪਣੇ ਜਾਣ ਕੇ ਇਹਨਾਂ ਦੀ ਰੱਖਿਆ ਕੀਤੀ। ਤੂੰ ਕਈਆਂ ਪੀਰਾਂ ਫਕੀਰਾਂ ਦੀ ਸੁਖਨਾ ਸੁਖੀ, ਤੇਰਾ ਮਨ ਜਿਹੜਾ ਸੀ ਉਹ ਖਿਡਾਓ ਵਿੱਚ ਸੀ, ਕਿਸੇ ਪੀਰ ਨੇ ਬੌੜੀ ਨਹੀਂ ਕੀਤੀ, ਤੇਰੀ ਰੱਖਿਆ ਨਹੀਂ ਕੀਤੀ। ਸੁਨ ਕਰ ਮੁਗਲ ਪਰਿਓ ਸ਼ਰਨਾਈ, ਭਇਓ ਸਿੱਖ ਗੁਰਮਤ ਚਿਤ ਪਾਈ। ਉਹ ਮੁਗਲ ਸੁਣ ਕੇ ਸਾਹਿਬਾਂ ਦੇ ਕੋਲੋਂ ਪ੍ਰਸੰਨ ਹੋ ਗਿਆ, ਮਨ ਦਾ ਸ਼ੰਕਾ ਸੰਦੇਹ ਤੇ ਭਰਮ ਨਿਵਰਤ ਹੋ ਗਿਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨ ਫੜ ਲਏ, ਸ਼ਰਨ ਪੈ ਗਿਆ। ਮਹਾਰਾਜ ਕਿਰਪਾ ਕਰੋ, ਇਹੋ ਜੀ ਸਿੱਖੀ ਦੀ ਦਾਤ ਮੈਨੂੰ ਵੀ ਬਖਸ਼ੋ ਜਿਸ ਵਿੱਚ ਧੋਖਾ ਬੇਈਮਾਨੀ ਫਰੇਬ ਹੈ ਹੀ ਨਹੀਂ। ਸਿੱਖੀ ਵਿੱਚ ਇਹਨਾਂ ਬੁਰੇ ਕਰਮਾਂ ਨੂੰ ਕੋਈ ਥਾਂ ਨਹੀਂ। ਜਿਹਨੇ ਨਹੀਂ ਸਮਝਿਆ ਉਹ ਸਿੱਖੀ ਤੋਂ ਕੋਹਾਂ ਦੂਰ ਹੈ। ਲੱਖ ਦਾਵਾ ਕਰੇ ਜੀ ਮੈਂ ਸਿੱਖ ਹਾਂ, ਇਹਨੇ ਵੀ ਸਾਹਿਬਾਂ ਦੀ ਸ਼ਰਨ ਫੜ ਲਈ, ਗੁਰੂ ਕੀ ਸਿੱਖੀ ਦੀ ਪ੍ਰਾਪਤੀ ਕਰ ਲਈ, ਸਿੱਖ ਬਣ ਗਿਆ, ਗੁਰਮਤ ਚਿੱਤ ਪਾਈ, ਚਿੱਤ ਚ ਗੁਰੂ ਦੀ ਮੱਤ ਜਿਹੜੀ ਸੀ ਉਹ ਪ੍ਰਾਪਤ ਕਰ ਲਈ। ਧੰਨ ਧੰਨ ਕਹਿ ਜਹ ਕਹਿ ਸਾਰੇ, ਸਤਿਗੁਰ ਕੋ ਬੜ ਸੋ ਜਸ ਉਚਾਰੇ। ਸਾਰੇ ਥਾਵਾਂ ਤੇ ਸਤਿਗੁਰੂ ਪਾਤਸ਼ਾਹ ਨੂੰ ਸਾਰੇ ਗੁਰੂ ਕੇ ਸਿੱਖ ਕਹਿਣ ਲੱਗੇ ਧੰਨ ਸਤਿਗੁਰੂ ਅਰਜਨ ਦੇਵ ਪਾਤਸ਼ਾਹ, ਧੰਨ ਗੁਰੂ ਅਰਜਨ ਦੇਵ ਸਾਹਿਬ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ। ਸਾਰੇ ਥਾਵਾਂ ਤੇ ਸਾਹਿਬਾਂ ਦਾ ਵੱਡਾ ਸ੍ਰੇਠ ਜਸ ਫੈਲ ਗਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਆਪਣੇ ਪਿਆਰਿਆਂ ਦੀ ਰੱਖਿਆ ਕਰਦੇ, ਬੌੜੀ ਕਰਦੇ ਨੇ, ਉਹਨਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰਦੇ ਹਨ। ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸਾਰੇ ਸਿੱਖਾਂ ਨੇ ਧੰਨਤਾ ਦੇ ਯੋਗ ਆਖਿਆ, ਧੰਨ ਧੰਨ ਕਿਹਾ। ਸਭ ਧੰਨ ਕਹੋ, ਸਭ ਧੰਨ ਕਹੋ, ਸਾਹਿਬਾਂ ਨੇ ਕਿਹਾ ਹੈ। ਉਸ ਗੁਰੂ ਨੂੰ ਧੰਨ ਧੰਨ ਕਹਿਣਾ ਚਾਹੀਦਾ। ਸਭ ਧੰਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ ਜਿਤ ਮਿਲ ਹਰ ਪੜਦਾ ਕੱਜਿਆ, ਜਿਹਨੂੰ ਮਿਲ ਕੇ ਗੁਰੂ ਪੜਦਾ ਕੱਜ ਲਏ, ਪੱਤ ਢੱਕ ਲਵੇ, ਉਸ ਗੁਰੂ ਨੂੰ ਧੰਨ ਧੰਨ ਕਹਿਣਾ ਚਾਹੀਦਾ ਹੈ। ਉਸ ਗੁਰੂ ਨੂੰ ਵਾਹ ਵਾਹ ਕਹਿਣਾ ਚਾਹੀਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਐਸੇ ਧੰਨ ਸਤਿਗੁਰੂ ਨੇ ਗੁਰੂ ਕੇ ਸਿੱਖਾਂ ਦਾ ਪੜਦਾ ਕੱਜਿਆ, ਲਾਜ ਰੱਖੀ, ਸ਼ਰਨ ਪਿਆ ਹੋਇਆਂ ਦੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪ ਲਾਜ ਬਚਾਈ, ਇੱਜ਼ਤ ਪੱਤ ਰੱਖੀ। ਇੱਥੇ ਇਸ ਸਾਖੀ ਦੀ, ਇਸ ਵਾਰਤਾ ਦੀ ਸਮਾਪਤੀ ਹੋਈ ਹੈ। ਅੱਗੇ ਨਵੀਂ ਵਾਰਤਾ ਭਾਈ ਸਾਹਿਬ ਜੀ ਪ੍ਰਾਰੰਭ ਕਰ ਰਹੇ ਨੇ, ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਸਤਿਗੁਰੂ ਪਾਤਸ਼ਾਹ ਜੀ ਗੁਰੂ ਕੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣ ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਅੰਤਲੀਆਂ ਪੰਕਤੀਆਂ ਪੜ੍ਹਦਿਆਂ
ਵਾਹਿਗੁਰੂ ਗੁਰ ਮੰਤਰ ਦਾ ਜਾਪ ਕਰਦਿਆਂ ਹੋਇਆਂ ਸਮਾਪਤੀ ਹੈ ਜੀ। ਸੁਨ ਕਰ ਮੁਗਲ ਪਰਿਓ ਸ਼ਰਨਾਈ, ਭਇਓ ਸਿੱਖ ਗੁਰਮਤਿ ਚਿਤ ਪਾਈ। ਧੰਨ ਧੰਨ ਕਹਿ ਜਹ ਕਹਿ ਸਾਰੇ, ਸਤਿਗੁਰ ਕੋ ਬੜ ਸੁਜਸ ਉਚਾਰੇ। ਵਾਹਿਗੁਰੂ 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 ਅਚੁੱਤ ਹੈ ਪਾਰ ਬ੍ਰਹਮ ਅਗਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਪੰਜ
ਜਨ ਗੁਣ ਤਾਸ हे संगी हे निरंकार हे निर्गुण सब टेक हे गोविंद हे गुण निदान जाकै सदा विवेक हे अपरंपर हार हारे पी होवनहार हे संत कै सदा संग दारा आधार हे ठाकुर हो दास रो निर्गुण गुण नहीं कोए नानक दीजै नाम दान राखो हिये परोए आए प्राव शरणागति कृपा निध दयाल एक अक्षर हार मान बसत नानक होत निहाल वाहिगुरु नाम जहाज है चढ़े सुतरे पार जो शरदा कार सेवा दे गुर पार उतारण हार जो शरदा कार सेवा दे गुर पार उतारण हार वाहिगुरु जी का खालसा वाहिगुरु जी की फतेह।